ਲਾਰੈਂਸ ਬਿਸ਼ਨੋਈ ਜਿਹੜਾ कि सिद्धू मूसेवाले कतलकांड ਵਿੱਚ ਚਰਚਾ ਚ ਉਹਦੀ ਇੰਟਰਵਿਊ ਕੀਤੀ ਆ। ਉਹ ਇੰਟਰਵਿਊ ਕਦੋਂ ਹੋਈ ਆ ਇਹ ਤਾਂ ਅਜੇ ਜਗਵਿੰਦਰ ਪਟਿਆਲ ਹੀ ਜਾਣੇ, ਪਰ ਪਹਿਲਾਂ ਹੀ ਬਠਿੰਡਾ ਜੇਲ੍ਹ ਜਿੱਥੇ ਕਿ ਲਾਰੈਂਸ ਬਿਸ਼ਨੋਈ ਇਸ ਵੇਲੇ ਬੰਦ ਆ, ਉਹਦੇ ਅਫਸਰਾਂ ਨੇ ਕਹਿਤਾ ਵੀ ਇੱਥੇ ਨਹੀਂ ਹੋਈ ਜੀ, ਉਹ ਕਿਤੋਂ ਹੋਰ ਉਹਨੇ ਕੀਤੀ ਹੈ। ਇਹੋ ਜਿਹਾ ਮੋਹ ਮੁਹੱਬਤ ਵਾਲਾ, ਇੱਜ਼ਤ ਵਾਲਾ, ਸਤਿਕਾਰ ਵਾਲਾ ਨਜ਼ਰੀਆ ਜਾਂ ਰਵੱਈਆ ਜਗਵਿੰਦਰ ਪਟਿਆਲ ਨੇ ਲਾਰੈਂਸ ਬਿਸ਼ਨੋਈ ਬਾਰੇ ਰੱਖਿਆ ਹੋਇਆ, ਉਹੋ ਜਿਹਾ ਸਾਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਵਾਲੀ ਇੰਟਰਵਿਊ ਚੋਂ ਨਹੀਂ ਝਲਕਿਆ। ਇਸ ਇੰਟਰਵਿਊ ਦੇ ਰਾਹੀਂ ਭਾਰਤੀ ਰਾਸ਼ਟਰਵਾਦੀ ਡੌਨ ਬਣਾਇਆ ਗਿਆ ਵਾ ਕਿ ਜੀ ਇਹ ਤਾਂ ਬੜਾ ਦੇਸ਼ ਭਗਤ ਬੰਦਾ, ਇਹ ਤਾਂ ਖਾਲਿਸਤਾਨ ਵਿਰੋਧੀ ਆ, ਇਹ ਪਾਕਿਸਤਾਨ ਵਿਰੋਧੀ ਆ, ਇਹ ਤਾਂ ਭਾਰਤ ਮਾਤਾ ਦਾ ਲਾਲ ਆ। ਠੀਕ ਆ, ਇਹਨੇ ਕੁਛ ਕਤਲੋਗਾਰਤ ਕੀਤੀ ਆ, ਪਰ ਬੰਦਾ ਮਾੜਾ ਨਹੀਂ। ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਿਹੜੇ ਮੁੰਡੇ ਉਦੋਂ ਉੱਥੇ ਮਾਰੇ ਗਏ ਆ ਉਹ ਸਿੱਧੂ ਮੂਸੇਵਾਲੇ ਦੇ ਕਾਤਲ ਨਹੀਂ ਸੀ। ਬੇਸ਼ੱਕ ਮੀਡੀਆ ਦੇ ਵਿੱਚ ਖਬਰ ਇਹੀ ਆਈ ਆ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਜਿਹੜੇ ਆ ਉਹਨਾਂ ਨੂੰ ਜੇਲ੍ਹ 'ਚ ਮਾਰ ਦਿੱਤਾ ਗਿਆ। ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵਿੱਚ ਉਹ ਗਾਣਾ ਆਇਆ, ਜਿਸ ਗਾਣੇ ਦੇ ਵਿੱਚ ਤੁਪਕਾ ਨਹੀਂ ਦਿੰਦੇ ਗਾਣਾ, ਜਿਹੜਾ ਪੰਜਾਬ ਦੇ ਪਾਣੀਆਂ ਨਾਲ ਸੰਬੰਧਿਤ ਹੈ, ਉਹ ਮਸਲਾ ਜਿਹੜਾ ਚਰਚਾ 'ਚ ਆਇਆ ਤਾਂ ਨਾਲ ਦੀ ਨਾਲ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਚਰਚਾ ਹੋਈ, ਜਿਹਦੇ ਨਾਲ ਸਮੇਧ ਸੈਣੀ ਦੇ, ਪਾਪੀ ਪੂਲੇ ਦੇ ਤੇ ਹੋਰ ਕਈ ਗੱਲਾਂ ਦੇ ਚਰਚੇ ਛਿੜੇ। ਪੰਜਾਬ ਦੇ ਲੋਕਾਂ ਨੇ ਦਰਿਆਈ ਪਾਣੀ ਬਚਾਉਣ ਲਈ ਆਪਦੇ ਹੱਕਾਂ ਦੇ ਸੰਘਰਸ਼ ਨੂੰ ਤੇਜ਼ ਕਰਦਿਆਂ ਹੋਇਆਂ ਘੱਲ ਖੁਰਦ ਇਲਾਕੇ ਦੇ ਵਿੱਚ ਕਿਸਾਨਾਂ ਵੱਲੋਂ ਰਾਜਸਥਾਨ ਨੂੰ ਜਿਹੜੀਆਂ ਪੱਕੀਆਂ ਨਹਿਰਾਂ ਜਾਂਦੀਆਂ ਨੇ ਉੱਥੇ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਪੱਕੇ ਮੋਰਚੇ ਦਾ ਐਲਾਨ ਜਿਹੜਾ ਹੈ ਉਹ ਹੋ ਗਿਆ। ਉਹਨਾਂ ਨਹਿਰਾਂ ਨੂੰ ਪੱਕੀਆਂ ਕਰਕੇ ਇਹ ਪੱਕਾ ਕੀਤਾ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਰਸਾਵ ਹੁੰਦਾ, ਜਿਹਦੇ ਨਾਲ ਆਲੇ ਦੁਆਲੇ ਨਹਿਰ ਦੇ ਕੰਢਿਆਂ ਦੇ ਉੱਤੇ ਦਰਖਤ ਬੜੇ ਪੁੰਗਰਦੇ ਆ, ਵੱਡੇ ਹੁੰਦੇ ਆ, ਪਾਣੀ ਦੀ ਭਰਮਾਰ ਹੁੰਦੀ ਆ, ਉਹ ਸਾਰਾ ਕੁਝ ਖਤਮ ਕਰਨ ਦੇ ਜਿਹੜੇ ਯਤਨ ਹੋ ਰਹੇ ਨੇ। ਹਰ ਗੱਲ ਦੇ ਉੱਤੇ ਨਜ਼ਰ ਰੱਖਣੀ ਸਿੱਖੀਏ, ਘਟਨਾਵਾਂ ਤੋਂ ਸਬਕ ਸਿੱਖਣਾ ਸਿੱਖੀਏ। ਹਰ ਵੇਲੇ ਆਪਦੀ ਕੌਮ ਨੂੰ, ਆਪਦੇ ਹੀ ਬੱਚਿਆਂ ਨੂੰ ਦੋਸ਼ੀ ਠਹਿਰਾਏ ਜਾਣ ਵਾਲੀ ਬਿਰਤੀ ਤੋਂ ਬਚੀਏ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਕਪੂਰਾ ਗੋਲੀकांड ਦੇ ਸੰਬੰਧ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਦੀ ਜਿਹੜੀ ਜ਼ਮਾਨਤ ਦੀ ਅਰਜੀ ਆ, ਉਹਦੇ ਉੱਤੇ ਸੁਣਵਾਈ ਜਿਹੜੀ ਆ ਉਹ ਟਲ ਗਈ ਆ। ਉਹ ਕੱਲ ਤੇ ਗੱਲ ਜਾ ਪਈ ਆ। ਉਹ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਾਹਵਾ ਜਿਹੜੀ ਕਿਉਰਿਓਸਿਟੀ ਸੀ, ਸਾਨੂੰ ਸਾਰਿਆਂ ਨੂੰ ਦਿਲਚਸਪੀ ਸੀ ਕਿ ਇਸ ਮਾਮਲੇ ਵਿੱਚ ਕੀ ਅਦਾਲਤ ਜਿਹੜੀ ਆ ਇਹਨਾਂ ਨੂੰ ਜ਼ਮਾਨਤ ਦਿੰਦੀ ਆ ਕਿ ਜੇਲ੍ਹ ਯਾਤਰਾ ਦਾ ਜੁਗਾੜ ਬਣਦਾ, ਕਿਉਂਕਿ ਇਹ ਜਿਹੜਾ ਮਾਮਲਾ ਉਹ ਛੋਟਾ ਨਹੀਂ। ਇਹ ਖਾਲਸਾ ਪੰਥ ਦੇ ਬਹੁਤ ਵੱਡੇ ਮਾਮਲਿਆਂ ਵਿੱਚੋਂ ਇੱਕ ਵਾ। ਜਦੋਂ ਸਾਡੇ ਇਸ਼ਟ ਨੂੰ ਡੇਰਾ ਸਰਸੇ ਵਾਲਿਆਂ ਨੇ ਬੇਅਦਬੀ ਕੀਤੀ ਤੇ ਉਸ ਮੌਕੇ ਜਦੋਂ ਸਿੱਖ ਸੰਗਤਾਂ ਸਿਰਫ ਦੋਸ਼ੀਆਂ ਨੂੰ, ਗੁਨਾਹਗਾਰਾਂ ਨੂੰ, ਪਾਪੀਆਂ ਨੂੰ ਗ੍ਰਿਫਤਾਰ ਕਰਨ ਤੇ ਇਨਸਾਫ ਦੀ ਮੰਗ ਲਈ ਸ਼ਾਂਤੀਪੂਰਵਕ ਕੋਟਕਪੂਰੇ ਵਿੱਚ ਧਰਨਾ ਲਾਈ ਬੈਠੀਆਂ ਸੀ, ਉਸ ਮੌਕੇ ਇਹਨਾਂ ਦੀ ਸਰਕਾਰ ਸੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ। ਸਮੇਧ ਸੈਣੀ ਵਰਗਾ ਬੁੱਚੜ ਉਸ ਮੌਕੇ ਉਮਰਾਂ ਨੰਗਲ ਤੇ ਚਰਨਜੀਤ ਸ਼ਰਮਾ ਸਮੇਤ ਪੰਜਾਬ ਦੇ ਸਾਰੇ ਦੁਸ਼ਟ ਤੇ ਭੈੜੇ ਪੁਲਸੀਆਂ ਨੂੰ ਨਾਲ ਲੈ ਕੇ ਜਿਸ ਤਰੀਕੇ ਨਾਲ ਸਿੱਖ ਸੰਗਤਾਂ ਤੇ ਟੁੱਟ ਕੇ ਪਿਆ, ਜਿਵੇਂ ਉਹ ਕਹਿਰ ਢਾਇਆ ਗਿਆ, ਉਹ ਸਾਡੇ ਇਤਿਹਾਸ ਦਾ ਸਭ ਤੋਂ ਘਟੀਆ ਤੇ ਘਿਨਾਉਣਾ ਦੌਰ ਆ। ਕਿਉਂਕਿ 1984 ਮੌਕੇ ਇੱਕ ਸਿੱਖ ਅਫਸਰ ਜਿਹੜਾ ਸਿੱਖਾਂ ਦੇ ਘਰੇ ਜੰਮਿਆ, ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਵੇਂ ਉਹ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਫੌਜ ਦੀ ਅਗਵਾਈ ਕਰ ਰਿਹਾ ਸੀ, ਉਵੇਂ ਹੀ ਇਸ ਵਾਰੀ ਅਕਾਲੀ ਦਲ ਦੀ ਸਰਕਾਰ ਦੇ ਹੁੰਦੇ ਆ, ਜਿਹਨੂੰ ਉਹ ਪੰਥਕ ਸਰਕਾਰ ਕਹਿੰਦੇ ਆ, ਜਿਹਦੇ ਬਾਰੇ ਉਹ ਦਾਅਵਾ ਕਰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਾਗ ਦੇਣ ਵਾਲੀ ਸਰਕਾਰ ਆ, ਉਹਦੇ ਮੌਕੇ ਇਹ ਜ਼ੁਲਮ ਹੋਇਆ ਸੀ। ਸੋ ਜਿਹੜਾ ਜਿਹਨੂੰ ਆ ਲੋਕਤੰਤਰ ਕਿਹਾ ਜਾਂਦਾ, ਇਹਦੇ ਵਿੱਚ ਇਹੀ ਹੁੰਦਾ ਵੀ ਅਦਾਲਤਾਂ ਦੇ ਵਿੱਚ ਦੋਸ਼ੀ ਨੂੰ ਜਿਹੜਾ ਹੈ ਇਨਸਾਫ ਦੀ ਲੜਾਈ, ਉਹ ਸਾਰਾ ਕੁਛ। ਸੋ ਇਹ ਚੱਲ ਰਿਹਾ ਤੇ ਇਹਦੇ ਵਿੱਚ ਕੀ ਮੋੜ ਘੋੜ ਆਉਂਦੇ ਆ, ਉਹ ਨਾ ਚਾਹੁੰਦਿਆਂ ਹੋਇਆਂ ਵੀ ਬੰਦਾ ਜਿਹੜਾ ਹੈ ਉਹਦੇ ਚ ਦਿਲਚਸਪੀ ਬਣਦੀ ਹੈ। ਸੋ ਅੱਜ ਇਸ ਖਬਰ ਤੋਂ
ਬਾਅਦ ਵਿੱਚ ਜਿਹੜੀ ਅਗਲੀ ਗੱਲ ਆ ਉਹ ਇਹ ਹੈ ਵੀ ਸਮੇਧ ਸੈਣੀ ਜਦੋਂ ਆਪਾਂ ਸਾਰਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਵਾਲਾ ਜਿਹੜਾ ਗਾਣਾ ਜਿਹੜਾ ਸਿੱਧੂ ਮੂਸੇਵਾਲੇ ਨੇ ਉਹਦੀ ਮੌਤ ਤੋਂ ਬਾਅਦ ਉਹਦੇ ਕਤਲ ਤੋਂ ਬਾਅਦ ਜਿਹੜਾ ਚਰਚਾ ਚ ਆਇਆ ਸੀ, ਤੁਪਕਾ ਨਹੀਂ ਦਿੰਦੇ ਵੀ ਪਾਣੀ ਦਾ ਅਸੀਂ ਤੁਪਕਾ ਨਹੀਂ ਦਿੰਦੇ, ਤੋਂ ਉਸ ਗਾਣੇ ਕਰਕੇ ਬਲਵਿੰਦਰ ਸਿੰਘ ਜਟਾਣਾ ਜਿਹੜਾ ਸਾਡੇ ਸਿੱਖ ਸੰਘਰਸ਼ ਦਾ ਇੱਕ ਬਹੁਤ ਵੱਡਾ ਨਾਮ ਆ, ਉਹਦੇ ਪਰਿਵਾਰ ਨੂੰ ਪਾਪੀ ਪੂਲੇ ਨਿਹੰਗ ਨੇ, ਨਕਲੀ ਨਿਹੰਗ ਨੇ, ਨਿਹੰਗ ਦਾ ਕਾਹਦਾ, ਉਹ ਇੱਕ ਕਾਤਲ ਦਰਿੰਦਾ ਸੀ ਜਿਹੜਾ ਨਿਹੰਗ ਬਾਣੇ ਚ ਰਹਿੰਦਾ ਸੀ। ਤੇ ਜਿਹੜੇ ਪਿੰਕੀ ਕੈਟ ਆ ਉਹਨੇ ਵੀ ਇਹ ਗੱਲ ਦੱਸੀ ਆ, ਪਰ ਸਾਰਿਆਂ ਨੂੰ ਹੀ ਪਤਾ ਕਿ ਕਿਵੇਂ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪੂਰੇ ਪਰਿਵਾਰ ਨੂੰ ਅੱਗ ਲਾ ਕੇ ਜਿਉਂਦਿਆਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੀ, ਕਿਉਂਕਿ ਸਮੇਧ ਸੈਣੀ ਨੂੰ ਇਹ ਸ਼ੱਕ ਸੀ ਕਿ ਜਿਹੜਾ ਮੇਰੇ ਉੱਤੇ ਬੰਬ ਧਮਾਕਾ ਹੋਇਆ ਚੰਡੀਗੜ੍ਹ ਦੇ ਵਿੱਚ ਇਹ ਭਾਈ ਬਲਵਿੰਦਰ ਸਿੰਘ ਜਟਾਣੇ ਹੁਣਾਂ ਦਾ ਕੰਮ ਆ। ਪਰ ਅਸਲ ਵਿੱਚ ਉਹ ਕੰਮ ਬੱਬਰ ਖਾਲਸਾ ਦਾ ਨਹੀਂ, ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਸੀ, ਜਿਹਦੇ ਕਰਕੇ ਬਾਅਦ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾ ਉਹਦੇ ਪਰਿਵਾਰ ਨੂੰ, ਉਹਦੇ ਪਿਤਾ ਜੀ ਨੂੰ ਤੇ ਉਹਦੇ ਇੱਕ ਪਿਤਾ ਦੇ ਦੋਸਤ ਨੂੰ ਤੇ ਭਾਈ ਭੁੱਲਰ ਦੇ ਇੱਕ ਕਰੀਬੀ ਮਿੱਤਰ ਨੂੰ ਵੀ ਇਸ ਗੱਲ ਦਾ ਜਿਹੜਾ ਸੀਗਾ ਸੈਣੀ ਨੇ ਜ਼ੁਲਮ ਦਾ ਨਿਸ਼ਾਨਾ ਬਣਾਇਆ, ਕਤਲ ਕਰ ਦਿੱਤੇ। ਸੋ ਇਹ ਜਿਹੜਾ ਬੰਬ ਧਮਾਕਾ ਹੋਇਆ ਸੀ ਉਹਦੇ ਵਿੱਚ ਸੈਣੀ ਤਾਂ ਬਚ ਗਿਆ ਸੀ, ਫੱਟੜ ਹੋ ਗਿਆ ਸੀ ਪਰ ਬਚ ਗਿਆ ਸੀ, ਪਰ ਹੋਰ ਕਈ ਉੱਥੇ ਜ਼ਖਮੀ ਵੀ ਹੋਏ ਤੇ ਮਰੇ ਵੀ। ਇੱਕ ਪੁਲਿਸ ਮੁਲਾਜ਼ਮ ਜਿਹੜਾ ਕਿ ਸੈਣੀ ਦੀ ਥਾਂ ਉੱਤੇ ਬਿਠਾ ਦਿੱਤਾ ਗਿਆ ਸੀ, ਜਿਵੇਂ ਆਮ ਤੌਰ ਤੇ ਸਿਕਿਉਰਿਟੀ ਪਰਪਸ ਤੋਂ ਕੀਤਾ ਜਾਂਦਾ, ਬਈ ਤੁਰਨ ਵੇਲੇ ਗੱਡੀਆਂ ਦੇ ਵਿੱਚ ਸੈਣੀ ਜਿੱਥੇ ਬੈਠਦਾ ਸੀ ਰਸਤੇ ਵਿੱਚ ਜਾ ਕੇ ਗੱਡੀਆਂ ਦੇ ਵਿੱਚ ਅਦਲਾ ਬਦਲੀ ਕਰ ਲਈ ਜਾਂਦੀ ਸੀ ਤੇ ਉਹਦੀ ਥਾਂ ਤੇ ਕੋਈ ਹੋਰ ਬੰਦਾ ਬਹਿੰਦਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਚਰਚਾ ਚ ਆਈਆਂ ਸੀ ਕਿ ਉਸ ਦਿਨ ਸਮੇਧ ਸੈਣੀ ਦੀ ਥਾਂ ਤੇ ਇੱਕ ਪੁਲਿਸ ਮੁਲਾਜ਼ਮ ਨੂੰ ਬਿਠਾ ਦਿੱਤਾ ਗਿਆ ਤੇ ਉਹ ਪੁਲਿਸ ਮੁਲਾਜ਼ਮ ਨੂੰ ਖਾੜਕੂਆਂ ਨੇ ਸਮੇਧ ਸੈਣੀ ਸਮਝ ਕੇ ਬੰਬ ਧਮਾਕੇ ਵਿੱਚ ਉਡਾ ਦਿੱਤਾ। ਸਮੇਧ ਸੈਣੀ ਵਾਲੀ ਗੱਡੀ ਵੀ ਬੰਬ ਧਮਾਕੇ ਚ ਨੁਕਸਾਨੀ ਗਈ, ਪਰ ਸੈਣੀ ਜਿਹੜਾ ਸੀ ਉਹ ਬਚ ਗਿਆ। ਤੇ ਇਹ ਆਖਿਆ ਜਾਂਦਾ ਕਿ ਉਹ ਜਿਹੜਾ ਪੁਲਿਸ ਵਾਲਾ ਸੀ ਉਹਦਾ ਪਰਿਵਾਰ ਜਿਹੜਾ ਸੀ ਉਹਦੀ ਬਾਅਦ ਵਿੱਚ ਦੇਖਭਾਲ ਜਾਂ ਸੰਭਾਲ ਜਿਹੜੀ ਸੀ ਉਹ ਸੈਣੀ ਨੇ ਕੀਤੀ, ਉਹਦੇ ਪੁੱਤਰ ਨੂੰ, ਉਹਦੇ ਬੇਟੇ ਨੂੰ ਪਾਲਿਆ, ਵੱਡਾ ਕੀਤਾ ਤੇ ਮੀਡੀਆ ਲਾਈਨ ਵਿੱਚ ਲੈ ਕੇ ਆਉਂਦਾ। ਬਹੁਤ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਇਸ ਗੱਲ ਦਾ ਹੁਣ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਮੀਡੀਆ ਲਾਈਨ ਦੇ ਵਿੱਚ ਸਮੇਧ ਸੈਣੀ ਨੇ ਜਿਸ ਸ਼ਖਸੀਅਤ ਨੂੰ ਲੈ ਕੇ ਆਂਦਾ ਉਹਦੇ ਬਾਰੇ ਆਖਿਆ ਜਾਂਦਾ ਕਿ ਜਿਹੜਾ ਜਗਵਿੰਦਰ ਪਟਿਆਲ ABP ਸਾਂਝਾ ਦਾ ਪੱਤਰਕਾਰ ਆ, ਇਹ ਉਹ ਬੰਦਾ ਜਿਹਦਾ ਪਿਓ ਭਾਈ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਵੱਲੋਂ ਕੀਤੇ ਹੋਏ ਬੰਬ ਧਮਾਕੇ ਚ ਸਮੇਧ ਸੈਣੀ ਦੀ ਥਾਂ ਤੇ ਮਾਰਿਆ ਗਿਆ ਸੀ। ਮਤਲਬ ਕਿ ਇਹ ਚਰਚਾ ਹੈ। ਇਹ ਹੁਣ ਗੱਲ ਕਿੰਨੀ ਕਿੱਥੇ ਤੱਕ ਸੱਚੀ ਆ ਇਹ ਤਾਂ ਅਜੇ ਬਹੁਤ ਲੋਕਾਂ ਦੀ ਜਾਣਕਾਰੀ ਹੈ, ਇਹਦੇ ਬਾਰੇ ਸੱਚੇ ਤੱਥ ਨੇ ਕਿੱਥੇ ਤੱਕ ਆ ਕਿ ਜਿਹੜਾ ਜਗਵਿੰਦਰ ਪਟਿਆਲ ਆ ਉਹ ਸਮੇਧ ਸੈਣੀ ਨੇ ਪਾਲਿਆ ਪੋਸਿਆ ਤੇ ਉਹਨੂੰ ਵੱਡਾ ਕਰਕੇ ਉਹਨੂੰ ਮੀਡੀਆ ਲਾਈਨ 'ਚ ਲੈ ਕੇ ਆਂਦਾ, ਕਿਉਂਕਿ ਸਮੇਧ ਸੈਣੀ ਜਿਹੜਾ ਜਦੋਂ ਬਚਿਆ ਤੇ ਉੱਥੇ ਜਿਹੜਾ ਬੰਦਾ ਮਰਿਆ ਉਹ ਜਗਵਿੰਦਰ ਪਟਿਆਲ ਦਾ ਪਿਓ ਸੀ। ਜਗਵਿੰਦਰ ਪਟਿਆਲ ਦੀ ਅਸੀਂ ਚਰਚਾ ਕਿਉਂ ਕਰ ਰਹੇ ਹਾਂ ਕਿ ਪਿਛਲੇ ਦਿਨੀ ਦੋ ਗੱਲਾਂ ਕਰਕੇ ਆਪਣਾ ਸਾਂਝਾ ABP ਜਿਹੜਾ ਉਹਨਾਂ ਦਾ ਚੈਨਲ ਆ ਉਹਦੇ ਇੰਟਰਵਿਊਆਂ ਕਰਕੇ ਉਹ ਕਾਫੀ ਚਰਚਾ 'ਚ। ਪਹਿਲੀ ਇੰਟਰਵਿਊ ਉਹ ਸੀ ਜਦੋਂ ਉਹਨੇ ਜਗਵਿੰਦਰ ਪਟਿਆਲ ਨੇ ਭਾਈ ਅਮਰਤਪਾਲ ਸਿੰਘ ਦੀ ਇੰਟਰਵਿਊ ਕੀਤੀ, ਜਿਹਦੇ ਵਿੱਚ ਬਹੁਤ ਤਲਖ, ਰੁੱਖੇ ਤੇ ਸਖਤ ਸਵਾਲ ਜਿਹੜੇ ਸੀ ਉਹ ਕਰਦਾ ਹੋਇਆ ਨਜ਼ਰ ਆਇਆ। ਜਿਹੜੀ ਭਾਈ ਅਮਰਤਪਾਲ ਸਿੰਘ ਨਾਲ ਇੰਟਰਵਿਊ ਕੀਤੀ ਉਹਦੇ ਵਿੱਚ ਇੱਕ ਨਫ਼ਰਤ ਵਾਲੇ ਲਹਿਜੇ 'ਚ ਬਹੁਤ ਸਖਤ ਸਵਾਲ ਜਦੋਂ ਉਹ ਕਰ ਰਿਹਾ, ਉਹਦੇ ਕਰਕੇ ਤਲਖੀ ਵੀ ਪੈਦਾ ਹੁੰਦੀ ਆ ਤੇ ਵਾਰ-ਵਾਰ ਲੱਗ ਰਿਹਾ ਹੁੰਦਾ ਕਿ ਹੁਣ ਇਹਨਾਂ ਦੋਨਾਂ ਦੀ ਬਹੁਤ ਸਖਤ ਜਿਹੜੀ ਲੜਾਈ ਹੋ ਸਕਦੀ ਆ। ਪਰ ਬੋਲਾਂ ਤੋਂ ਗੱਲ ਅੱਗੇ ਨਹੀਂ ਵੱਧਦੀ, ਜਿਹੜੀ ਕਿ ਲੱਗਦਾ ਹੈਗਾ ਕਿ ਵੱਧ ਜਾਊਗੀ, ਪਰ ਤਸੱਲੀ ਆ ਕਿ ਉਹ ਸਿਰਫ ਬੋਲਾਂ ਤੱਕ ਗੱਲ ਰਹਿ ਗਈ। ਬਦਮਗਜੀ ਬਹੁਤ ਪੈਦਾ ਹੋਈ ਇਸ ਇੰਟਰਵਿਊ ਦੇ ਵਿੱਚ, ਹੋਣੀ ਹੋਈ ਸੀ ਕਿਉਂਕਿ ਭਾਈ ਅਮਰਤਪਾਲ ਸਿੰਘ ਸਿੱਖ ਨਜ਼ਰੀਏ ਤੋਂ ਜਦੋਂ ਵੀ ਬੋਲਦੇ ਕਰਦੇ ਆ ਤਾਂ ਸਾਹਮਣੇ ਜਿਹੜਾ ਪੱਤਰਕਾਰ ਆ ਉਹ ਇੱਕ ਪੱਤਰਕਾਰ ਬਣ ਕੇ ਘੱਟ, ਉਹ ਇੱਕ ਐਂਟੀ ਸਿੱਖ ਜਾਂ ਐਂਟੀ ਸਿੱਖ ਸੰਘਰਸ਼ ਬੰਦੇ ਦੇ ਰੂਪ 'ਚ ਬੈਠਾ। ਹੋ ਸਕਦਾ ਜਗਵਿੰਦਰ ਪਟਿਆਲ ਦੇ ਮਨ ਵਿੱਚ ਇਹ ਗੱਲ ਧੁਰ ਤੱਕ ਵਸੀ ਹੋਵੇ ਕਿ ਇਹ ਉਹ ਲੋਕ ਨੇ, ਇਹ ਉਹ ਧਿਰ ਵਾ
ਜਿਨ੍ਹਾਂ ਦੇ ਕਰਕੇ ਮੇਰੇ ਪਿਓ ਨੂੰ ਬੰਬ ਧਮਾਕੇ ਚ ਉਡਾਇਆ ਉੱਡ ਗਿਆ ਸੀ। ਖੈਰ ਹੁਣ ਜਗਵਿੰਦਰ ਪਟਿਆਲ ਇੱਕ ਹੋਰ ਕਾਰਨ ਕਰਕੇ ਚਰਚਾ ਚ ਆ ਕਿ ਉਹਦੇ ਲਾਰੈਂਸ ਬਿਸ਼ਨੋਈ ਜਿਹੜਾ ਕਿ ਸਿੱਧੂ ਮੂਸੇਵਾਲੇ ਕਤਲकांड ਵਿੱਚ ਚਰਚਾ ਚ ਆ, ਉਹਦੀ ਇੰਟਰਵਿਊ ਕੀਤੀ ਆ। ਉਹ ਇੰਟਰਵਿਊ ਕਦੋਂ ਹੋਈ ਆ ਇਹ ਤਾਂ ਅਜੇ ਜਗਵਿੰਦਰ ਪਟਿਆਲ ਹੀ ਜਾਣੇ, ਪਰ ਪਹਿਲਾਂ ਹੀ ਬਠਿੰਡਾ ਜੇਲ੍ਹ ਜਿੱਥੇ ਕਿ ਲਾਰੈਂਸ ਬਿਸ਼ਨੋਈ ਇਸ ਵੇਲੇ ਬੰਦ ਆ, ਉਹਦੇ ਅਫਸਰਾਂ ਨੇ ਕਹਿਤਾ ਵੀ ਇੱਥੇ ਨਹੀਂ ਹੋਈ ਜੀ, ਉਹ ਕਿਤੋਂ ਹੋਰ ਉਹਨੇ ਕੀਤੀ ਹੈ। ਪਰ ਇੱਕ ਗੱਲ ਉਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਜਿਹੜੀ ਜਗਵਿੰਦਰ ਪਟਿਆਲ ਨੇ ਕੀਤੀ ਆ, ਉਹ ਆਖੀ ਜਾ ਸਕਦੀ ਆ ਕਿ ਜਿਹੋ ਜਿਹਾ ਮੋਹ ਮੁਹੱਬਤ ਵਾਲਾ, ਇੱਜ਼ਤ ਵਾਲਾ, ਸਤਿਕਾਰ ਵਾਲਾ ਨਜ਼ਰੀਆ ਜਾਂ ਰਵੱਈਆ ਜਗਵਿੰਦਰ ਪਟਿਆਲ ਨੇ ਲਾਰੈਂਸ ਬਿਸ਼ਨੋਈ ਬਾਰੇ ਰੱਖਿਆ ਹੋਇਆ, ਉਹੋ ਜਿਹਾ ਸਾਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਵਾਲੀ ਇੰਟਰਵਿਊ ਚੋਂ ਨਹੀਂ ਝਲਕਿਆ। ਜਗਵਿੰਦਰ ਪਟਿਆਲ ਨੇ ਜਿੰਨੇ ਸਖਤ, ਪੁੱਠੇ ਸਿੱਧੇ ਤੇ ਬੜੇ ਭੜਕਾਊ ਜੇ ਲਹਿਜੇ ਚ ਇੱਥੇ ਗੱਲਾਂ ਕੀਤੀਆਂ ਜਦੋਂ ਅਮਰਤਪਾਲ ਸਿੰਘ ਨਾਲ ਗੱਲਬਾਤ ਕੀਤੀ ਆ, ਜਿਹੜੀ ਇੰਟਰਵਿਊ ਹੁਣ ਅਸੀਂ ਲਾਰੈਂਸ ਬਿਸ਼ਨੋਈ ਨਾਲ ਦੇਖੀ ਆ, ਉਹਦੇ ਵਿੱਚ ਬਿਲਕੁਲ ਜਿਵੇਂ ਆਪਣੇ ਘਰ ਦੇ ਕਿਸੇ ਸਾਂਝ ਵਾਲੇ ਨਾਲ, ਕਿਸੇ ਦੋਸਤ ਮਿੱਤਰ ਨਾਲ ਇੱਜ਼ਤ ਸਤਿਕਾਰ ਨਾਲ ਗੱਲਾਂ ਕਰੀਦੀਆਂ, ਬੜੀਆਂ ਮਿੱਠੀਆਂ ਮਿੱਠੀਆਂ ਮਾਰੀਆਂ ਹੋਈਆਂ ਨੇ। ਤੇ ਉਹਨੂੰ ਇਸ ਇੰਟਰਵਿਊ ਦੇ ਰਾਹੀਂ ਭਾਰਤੀ ਰਾਸ਼ਟਰਵਾਦੀ ਡੌਨ ਬਣਾਇਆ ਗਿਆ ਵਾ ਕਿ ਜੀ ਇਹ ਤਾਂ ਬੜਾ ਦੇਸ਼ ਭਗਤ ਬੰਦਾ, ਇਹ ਤਾਂ ਖਾਲਿਸਤਾਨ ਵਿਰੋਧੀ ਆ, ਇਹ ਪਾਕਿਸਤਾਨ ਵਿਰੋਧੀ ਆ, ਇਹ ਤਾਂ ਭਾਰਤ ਮਾਤਾ ਦਾ ਲਾਲ ਆ। ਠੀਕ ਆ, ਇਹਨੇ ਕੁਛ ਕਤਲੋਗਾਰਤ ਕੀਤੀ ਆ, ਪਰ ਬੰਦਾ ਮਾੜਾ ਨਹੀਂ। ਇਹ ਗੱਲ ਦਰਸਾਉਣ ਲਈ ਇਹ ਇੰਟਰਵਿਊ ਕੀਤੀ ਜਾਪਦੀ ਆ। ਤੇ ਇਹ ਇੰਟਰਵਿਊ ਇਹ ਵੀ ਦੱਸਦੀ ਆ, ਉਹਦੇ ਕੰਟੈਂਟ ਤੋਂ ਪਤਾ ਲੱਗਦਾ, ਉਹਦੀ ਗੱਲਬਾਤ ਤੋਂ, ਕਿ ਇਹ ਘੱਟੋ ਘੱਟ ਮਹੀਨਾ ਡੇਢ ਮਹੀਨਾ ਪੁਰਾਣੀ ਆ, ਕਿਉਂਕਿ ਮਹੀਨੇ ਦੇ ਅੰਦਰ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਚਰਚਾ ਜਾਂ ਉਹਨਾਂ ਦਾ ਹਾਵ ਭਾਵ ਵੀ ਇਸ ਇੰਟਰਵਿਊ ਚੋਂ ਨਹੀਂ ਲੱਭਦਾ। ਜੇ ਇਹ ਇੰਟਰਵਿਊ ਹੁਣੇ ਕੀਤੀ ਹੁੰਦੀ ਤਾਂ ਲਾਜ਼ਮੀ ਇਹਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਜੱਗੂ ਭਗਵਾਨਪੁਰੀਏ ਨਾਲ ਲਾਰੈਂਸ ਬਿਸ਼ਨੋਈ ਦੀ ਕੀ ਖੜਕਾ ਦੜਕਾ ਹੋਇਆ। ਕਿਸੇ ਵੇਲੇ ਇਹ ਸਾਰੇ ਇਕੱਠੇ ਸੀ, ਹੈ ਸਾਰੇ ਹੀ ਗੈਂਗਸਟਰ ਨੇ ਜਾਂ ਮਾਰਧਾੜ ਵਾਲੇ ਨੇ, ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਿਹੜੀ ਪਿਛਲੇ ਦਿਨੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਲੜਾਈ ਹੋਈ ਆ, ਜਿਹੜੇ 2 ਮੁੰਡੇ ਉੱਥੇ ਕਤਲ ਹੋਏ ਨੇ, ਮਾਰੇ ਗਏ ਨੇ, ਜਿਨ੍ਹਾਂ ਦੀ ਵੀਡੀਓ ਦੇਖਣ ਤੋਂ ਬਾਅਦ, ਕਿਉਂਕਿ ਬਾਅਦ ਵਿੱਚ ਇੱਕ ਵੀਡੀਓ ਉਹਨਾਂ ਕਤਲ ਕਰਨ ਵਾਲਿਆਂ ਨੇ ਪਾਈ ਆ ਕਿ ਅਸੀਂ ਇਹਨਾਂ ਨੂੰ ਮਾਰਿਆ, ਉਹ ਵੀਡੀਓ 'ਚ ਲਾਸ਼ ਵੀ ਪਈ ਆ, ਇੱਕ ਪੁਲਿਸ ਮੁਲਾਜ਼ਮ ਵੀ ਆ, ਉਹਦਾ ਰੌਲਾ ਵੀ ਬਹੁਤ ਪਿਆ। ਉਸ ਵੀਡੀਓ ਤੋਂ ਗੁੱਸੇ 'ਚ ਆ ਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ, ਉਹਦੇ ਪਿਤਾ ਨੇ ਤੇ ਉਹਦੀ ਮਾਤਾ ਨੇ ਤੇ ਹੋਰ ਸਮਰਥਕਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜਾ ਕੇ ਵਿਰੋਧ ਕੀਤਾ ਵੀ ਸਰੇਆਮ ਅਗਲੇ ਵੀਡੀਓ ਪਾ ਕੇ ਕਹਿ ਰਹੇ ਆ ਵੀ ਅਸੀਂ ਸਿੱਧੂ ਮੂਸੇਵਾਲਾ ਠੋਕਿਆ ਸੀ, ਅਸੀਂ ਸਿੱਧੂ ਮੂਸੇਵਾਲਾ ਮਾਰਿਆ ਸੀ। ਉਹ ਰੌਲਾ ਆਪਾਂ ਨੂੰ ਸਭ ਨੂੰ ਪਤਾ, ਪਰ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਿਹੜੇ ਮੁੰਡੇ ਉਦਣ ਉੱਥੇ ਮਾਰੇ ਗਏ ਆ, ਉਹ ਸਿੱਧੂ ਮੂਸੇਵਾਲੇ ਦੇ ਕਾਤਲ ਨਹੀਂ ਸੀ। ਬੇਸ਼ੱਕ ਮੀਡੀਆ ਦੇ ਵਿੱਚ ਖਬਰ ਇਹੀ ਆਈ ਆ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਜਿਹੜੇ ਆ ਉਹਨਾਂ ਨੂੰ ਜੇਲ੍ਹ 'ਚ ਮਾਰ ਦਿੱਤਾ ਗਿਆ। ਹਕੀਕਤ ਵਿੱਚ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਲਈ ਜੱਗੂ ਭਗਵਾਨਪੁਰੀਏ ਗੈਂਗ ਦੇ ਜਿਹੜੇ ਬੰਦਿਆਂ ਨੂੰ ਪਹਿਲਾਂ ਤਿਆਰ ਕੀਤਾ ਗਿਆ ਸੀ ਤੇ ਜਿਨ੍ਹਾਂ ਨੇ ਆਖਰੀ ਮਿੰਟ ਦੇ ਉੱਤੇ ਇਹ ਕੰਮ ਨਹੀਂ ਕੀਤਾ, ਜੱਗੂ ਭਗਵਾਨਪੁਰੀਏ ਨੇ ਤੇ ਉਹਦੇ ਬੰਦਿਆਂ ਨੇ, ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਨਹੀਂ ਮਾਰਨਾ। ਬੇਸ਼ੱਕ ਇਹਨਾਂ ਨੇ ਹੋਰ ਬੜੀਆਂ ਵਾਰਦਾਤਾਂ ਕੀਤੀਆਂ ਹੋਣ, ਪਰ ਇਸ ਕੰਮ ਦੇ ਵਿੱਚ ਇਹਨਾਂ ਨੇ ਜਦੋਂ ਜਵਾਬ ਦੇ ਦਿੱਤਾ ਤਾਂ ਇਹਨਾਂ ਦੇ ਉੱਤੇ ਬਾਕੀ ਗੈਂਗ ਨੂੰ ਜਾਂ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਬੰਦਿਆਂ ਨੂੰ ਇਹੀ ਗੁੱਸਾ ਸੀ ਕਿ ਇਹਨਾਂ ਨੇ ਉਹ ਕੰਮ ਨਹੀਂ ਕੀਤਾ, ਤੇ ਬਾਅਦ ਵਿੱਚ ਉਹ ਕੰਮ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ ਦੇ ਉੱਤੇ ਹੋਰ ਟੀਮ ਤੋਂ ਕਰਵਾ ਲਿਆ। ਤੋ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਵਿੱਚ ਜਿਹੜੀ ਆਪਸ ਵਿੱਚ ਦਫੇੜ ਪਈ, ਉਸ ਦਫੇੜ ਦੇ ਵਿੱਚ ਇਹਨਾਂ 2 ਨੌਜਵਾਨਾਂ ਦਾ, ਜਿਹੜੇ ਕਿ ਹੋਰ ਕਈ ਕੇਸਾਂ ਵਿੱਚ ਬੇਸ਼ੱਕ ਦੋਸ਼ੀ ਹੋਣ, ਪਰ ਇਸ ਮਾਮਲੇ ਵਿੱਚ ਇਹਨਾਂ ਨੇ ਇਸ ਗੱਲ ਨੂੰ ਦੇਖ ਕੇ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਨਹੀਂ ਮਾਰਨਾ, ਇਹ ਦੋਸ਼ੀ ਨਹੀਂ ਸੀਗੇ, ਇਹਨਾਂ ਨੂੰ ਕਤਲ ਕਰ ਦਿੱਤਾ। ਪਰ ਭਾਰਤੀ ਮੀਡੀਆ ਨੇ ਖਬਰ ਇਹੀ ਦਿੱਤੀ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਜਿਹੜੇ ਆ ਉਹ ਮਾਰੇ ਗਏ। ਜਿਹੜੀ ਗੋਲਡੀ ਬਰਾੜ ਦੀ ਕਹਾਣੀ ਆ ਜਾਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਕਥਾ ਆ, ਉਹ ਭਾਵੇਂ ਹੋਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਗੋਲਡੀ ਬਰਾੜ ਨੇ ਲਾਈਵ ਹੋ ਕੇ ਜਾਂ ਹੋਰ ਜਿਹੜੇ ਹੈਗੇ ਆ ਲੰਡੇ ਹੋਣੀ ਜਾਂ ਰਿੰਦੇ ਹੋਣੀ, ਇਹਨਾਂ ਸਾਰਿਆਂ ਦੀਆਂ ਇੰਟਰਵਿਊਜ਼ ਤੁਸੀਂ ਅਕਸਰ ਦੇਖਦੇ ਹੋ, ਪਰ ਉਹ ਸਾਰੇ ਬੰਦੇ ਅੱਡ-ਅੱਡ ਮੁਲਕਾਂ 'ਚ ਨੇ, ਬਾਹਰ ਨੇ। ਪਰ ਭਾਰਤ ਦੀ ਇੱਕ ਜੇਲ੍ਹ ਦੇ ਵਿੱਚ ਬੈਠਾ ਹੋਇਆ ਲਾਰੈਂਸ ਬਿਸ਼ਨੋਈ ਬੜੀ ਮੌਜ ਨਾਲ ਲਾਈਵ ਹੋ ਕੇ ਕਿਸੇ ਚੈਨਲ ਵਾਲੇ ਨਾਲ ਇਸ ਤਰ੍ਹਾਂ ਗੱਲਬਾਤ ਕਰੇ ਤੇ ਪੰਜਾਬ ਦੀ ਸਾਰੀ ਸਰਕਾਰ
ਚੁੱਪ ਕਰਕੇ ਬੈਠੀ ਰਵੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਅੱਜ ਅਖਬਾਰਾਂ ਦੇ ਵਿੱਚ ਜਦੋਂ ਇਹ ਖਬਰ ਛਪੀ ਆ, ਅੱਜ ਅਜੀਤ ਸਮੇਤ ਸਾਰੇ ਅਖਬਾਰਾਂ ਦੇ ਫਰੰਟ ਪੇਜ ਤੇ ਇਹ ਖਬਰ ਛਪੀ ਆ ਕਿ ਲਾਰੈਂਸ ਬਿਸ਼ਨੋਈ ਨੇ ਇੱਕ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਗੱਲਾਂ ਕਹੀਆਂ ਵੀ ਅਸੀਂ ਸਿੱਧੂ ਮੂਸੇਵਾਲੇ ਨੂੰ ਮਰਵਾਇਆ, ਜਾਂ ਉਹਨੇ ਕਿਹਾ ਕਿ ਅਸੀਂ ਸਲਮਾਨ ਖਾਨ ਜਿਹੜਾ ਹੈ ਉਹਨੂੰ ਧਮਕੀ ਦਿੱਤੀ ਆ ਕਿ ਉਹਨੇ ਇੱਕ ਜਿਹੜਾ ਸੀ ਹਿਰਨ ਮਾਰਤਾ ਸੀ। ਇਹ ਸਾਰੀਆਂ ਜਦੋਂ ਖਬਰਾਂ ਛਪੀਆਂ ਨੇ, ਨਾਲ ਇਹ ਖਬਰ ਛਪਣੀ ਚਾਹੀਦੀ ਸੀ ਕਿ ਜਿਹੜਾ ਪੰਜਾਬ ਸਰਕਾਰ ਆ ਇਹਨੇ ਇਸ ਮਾਮਲੇ ਦੇ ਵਿੱਚ ਜਿਹੜੀ ਜੇਲ੍ਹ ਦੇ ਵਿੱਚੋਂ ਜਿਸ ਵੀ ਥਾਂ ਦੇ ਉੱਤੋਂ ਇਹਨੇ ਲਾਈਵ ਹੋ ਕੇ ਫੋਨ ਦੇ ਉੱਤੇ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਆ, ਉਹਦੇ ਖਿਲਾਫ ਕਾਰਵਾਈ ਦੇ, ਉਹਦੇ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਆ। ਅਜੇ ਤੱਕ ਇਸ ਗੱਲ ਦੇ ਤਾਂ ਕੋਈ ਹੁਕਮ ਸਾਨੂੰ ਦਿਖੇ ਨਹੀਂ। ਹਾਂ, ਪੰਜਾਬ ਸਰਕਾਰ ਦਾ ਇੱਕ ਪੱਖ ਜਿਹੜਾ ਹੈ ਉਹ ਉਸ ਅਫਸਰ ਰਾਹੀਂ ਜਿਹੜਾ ਬਠਿੰਡੇ ਜੇਲ੍ਹ ਦੇ ਅਧਿਕਾਰੀ ਆ ਉਹਨਾਂ ਰਾਹੀਂ ਇਹ ਸਾਹਮਣੇ ਜ਼ਰੂਰ ਆ ਗਿਆ ਕਿ ਜੀ ਸਾਡੀ ਜੇਲ੍ਹ ਚ ਨਹੀਂ ਇਹ ਕੰਮ ਹੋਇਆ, ਪਰ ਕਿਤੋਂ ਤਾਂ ਹੋਇਆ, ਕਿਤੋਂ ਤਾਂ ਇਹ ਗੱਲ ਹੋਈ ਆ ਕਿ ਕੀ ਭਾਈ ਜਗਤਾਰ ਸਿੰਘ ਹਵਾਰਾ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਹੋਰ ਬੰਦੇ ਜਾਂ ਇਹੋ ਜਿਹੇ ਹੋਰ ਜਿਹੜੇ ਚਰਚਾ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਇਹ ਹੱਕ ਵਾ ਕਿ ਉਹ ਆਪਦੀ ਗੱਲ, ਜਿਵੇਂ ਗੋਲਡੀ ਬਰਾੜ ਦੇ ਚਰਚੇ ਨੇ ਕਿ ਉਹ ਵਿਦੇਸ਼ ਵਿੱਚ ਆ, ਜਾਂ ਜਿਹੜਾ ਰਿੰਦਾ ਜਾਂ ਲੰਡਾ ਆ ਉਹ ਵਿਦੇਸ਼ ਵਿੱਚ ਆ, ਪਰ ਇਹ ਬੰਦਾ ਜੇਲ੍ਹ 'ਚ ਸੀ। ਜੇਲ੍ਹ ਵਿੱਚ ਬੈਠਾ ਬੰਦਾ ਜਿਵੇਂ ਇਹ ਕਹਿ ਰਿਹਾ ਕਿ ਮੈਂ ਆਪਦਾ ਪੱਖ ਪੇਸ਼ ਕਰਨਾ ਸੀ, ਮੈਨੂੰ ਬਦਨਾਮ ਹੀ ਇੰਨਾ ਕਰਤਾ ਮੀਡੀਆ 'ਚ, ਇਸ ਕਰਕੇ ਮੈਂ ਤੁਹਾਡੇ ਚੈਨਲ ਨਾਲ ਗੱਲ ਕਰ ਰਿਹਾ। ਕੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਬੰਦਿਆਂ ਨੂੰ ਵੀ ਇਹ ਸਹੂਲਤ ਮਿਲੇਗੀ? ਤੇ ਜੇਕਰ ਇਹ ਸਹੂਲਤ ਸਾਰਿਆਂ ਨੂੰ ਮਿਲੇ ਤੇ ਸਾਰੇ ਹੀ ਬੰਦੇ ਆਪਦਾ ਪੱਖ ਪੇਸ਼ ਕਰਨ ਤਾਂ ਫੇਰ ਤਾਂ ਕਥਾ ਕੋਈ ਹੋਰ ਆ। ਪਰ ਜੇਕਰ ਇਕੱਲੇ ਇਸ ਬੰਦੇ ਨੂੰ ਇਹ ਗੱਲ ਕਹਿਣ ਲਈ ਕਿ ਜੀ ਮੈਂ ਭਾਰਤ ਮਾਤਾ ਦਾ ਲਾਲ ਆ, ਮੈਂ ਖਾਲਿਸਤਾਨ ਵਿਰੋਧੀ ਆ, ਮੈਂ ਹਿੰਦੁਸਤਾਨ ਦਾ ਪੱਖੀ ਆ, ਮੈਂ ਪਾਕਿਸਤਾਨ ਵਿਰੋਧੀ ਆ, ਇਹੋ ਜਿਹੀਆਂ ਗੱਲਾਂ ਚੇਤੇ ਰੱਖੋ ਵੀ ਕਿਸੇ ਵੇਲੇ ਇਹ ਸੰਤ ਭਿੰਡਰਾਂ ਵਾਲਿਆਂ ਦੀ ਟੀ-ਸ਼ਰਟ ਪਾ ਕੇ ਨਾ ਉੱਤੇ ਫੋਟੋ ਵਾਲੀ ਤਰੀਕਾਂ ਤੇ ਆਉਂਦਾ ਹੁੰਦਾ ਸੀ, ਜਿਹਦੀ ਕਰਕੇ ਸਿੱਖ ਨੌਜਵਾਨ ਜਿਹੜੇ ਸੀ ਉਹ ਸੋਚਦੇ ਸੀਗੇ ਵੀ ਸ਼ਾਇਦ ਇਹ ਬੰਦਾ ਅਪਰਾਧੀ ਜ਼ਰੂਰ ਆ, ਪਾਪਾਂ 'ਚ ਜੁਰਮਾਂ 'ਚ ਗੁਨਾਹਾਂ ਦੇ ਵਿੱਚ ਜ਼ਰੂਰ ਲਿਪਤਾ, ਪਰ ਇਹਦੀ ਦਲੇਰੀ ਜਾਂ ਇਹਦੀ ਜਾਂਬਾਜ਼ੀ ਸ਼ਾਇਦ ਕੋਈ ਅਰਥ ਰੱਖਦੀ ਹੋਵੇ। ਪਰ ਜਿਸ ਤਰੀਕੇ ਨਾਲ ਇਹਨੇ ਡੀਪ ਸਟੇਟ ਦਾ ਜਿਹੜਾ ਹੈ ਟੂਲ ਬਣ ਕੇ ਸਿੱਖ ਕੌਮ ਦੇ ਖਿਲਾਫ, ਸਿੱਖ ਸੰਘਰਸ਼ ਦੇ ਖਿਲਾਫ ਗੱਲਾਂ ਕੀਤੀਆਂ ਨੇ, ਆਪਦੇ ਆਪ ਨੂੰ ਭਾਰਤ ਮਾਤਾ ਦਾ ਰਾਸ਼ਟਰਵਾਦ ਦਾ ਝੰਡਾ ਚੱਕਣ ਵਾਲਾ ਦਰਸਾਇਆ, ਤੇ ਸੁਭਾਵਕ ਗੱਲ ਆ ਕਿ ਜਿੰਨਾ ਇਹਦਾ ਵਿਰੋਧ ਹੋਊਗਾ ਓਨਾ ਜ਼ਿਆਦਾ ਭਾਰਤੀ, ਖਾਸ ਤੌਰ ਤੇ ਹਿੰਦੂ ਭਾਈਚਾਰਾ ਇਹਦੀ ਹਮਾਇਤ ਵਿੱਚ ਆਊਗਾ। ਜਿਵੇਂ ਇਹਨੇ ਕਿਹਾ ਕਿ ਸਲਮਾਨ ਖਾਨ ਨੇ ਕਿਉਂਕਿ ਹਿਰਨ ਮਾਰਿਆ ਵਾ ਤੇ ਬਿਸ਼ਨੋਈ ਹਿਰਨ ਨੂੰ ਬੜਾ ਪਵਿੱਤਰ ਮੰਨਦੇ ਆ, ਤੇ ਇਸ ਕਰਕੇ ਜਿੰਨਾ ਟਾਈਮ ਸਲਮਾਨ ਖਾਨ ਮਾਫੀ ਨਹੀਂ ਮੰਗਦਾ, ਬੀਕਾਨੇਰ ਦੇ ਕੋਲ ਕੋਈ ਮੰਦਿਰ ਆ ਉੱਥੇ ਆ ਕੇ ਉਹ ਜਿਹੜਾ ਹੈਗਾ ਆਪਦੀ ਗਲਤੀ ਨਹੀਂ ਮੰਨਦਾ, ਉਹਨਾਂ ਟਾਈਮ ਅਸੀਂ ਉਹਨੂੰ ਛੱਡਣਾ ਨਹੀਂ। ਤੇ ਇਹ ਸਾਰੀਆਂ ਗੱਲਾਂ ਲੋਕਾਂ 'ਚ ਉਹਦੀ ਇਮੇਜ ਬਿਲਡਿੰਗ ਵੀ ਉਹਦਾ ਬੜਾ ਵਧੀਆ ਬੰਦਾ, ਇਹ ਦਰਸਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਕਰਨ ਦੀ ਇਹਨੂੰ ਹੋ ਸਕਦਾ ਹੋਰ ਵੀ ਖੁੱਲ੍ਹ ਮਿਲੇ। ਪਰ ਇਸ ਗੱਲ ਨੇ ਇਹ ਚੀਜ਼ ਨੰਗੀ ਕਰਤੀ ਕਿ ਜਿਵੇਂ ਬੰਬੇ ਦਾ ਜਿਹੜਾ ਅੰਡਰਵਰਲਡ ਸੀ ਉਹਦੇ ਵਿੱਚ ਹਿੰਦੂ ਡੌਨ ਵਰਸਸ ਮੁਸਲਿਮ ਡੌਨ ਇਹ ਕਹਾਣੀ ਖੜੀ ਕੀਤੀ ਗਈ ਸੀ ਕਿ ਛੋਟਾ ਰਾਜਨ ਜਿਹੜਾ ਹੈ ਉਹਦਾ ਹਿੰਦੂ ਡੌਨ ਆ, ਪਰ ਜਿਹੜਾ ਹੈਗਾ ਦਾਊਦ ਇਬਰਾਹਿਮ ਉਹ ਮੁਸਲਿਮ ਡੌਨ। ਫਿਰ ਮੁਸਲਮਾਨ ਬਦਮਾਸ਼ਾਂ ਦੀ ਹਿੰਦੂ ਬਦਮਾਸ਼ਾਂ ਨਾਲ ਬਹੁਤ ਆਪਸ ਵਿੱਚ ਹੀ ਕਤਲੋਗਾਰਦ ਚੱਲੀ, ਜਿਹਦੇ ਵਿੱਚ ਕਈ ਮੁਲਕਾਂ ਦੇ ਵਿੱਚ ਵੀ ਇਹ ਵਾਰਦਾਤਾਂ ਹੋਈਆਂ। ਇੱਕ ਵਾਰੀ ਛੋਟਾ ਰਾਜਨ ਦੇ ਉੱਤੇ ਬੈਂਕਾਕ ਵਿੱਚ ਹਮਲਾ ਵੀ ਹੋਇਆ ਸੀ, ਜਿਹੜਾ ਦਾਊਦ ਇਬਰਾਹਿਮ ਦੇ ਬੰਦਿਆਂ ਨੇ ਕੀਤਾ ਸੀ। ਸੋ ਜਿਹੜਾ ਉਹ ਲੜਾਈ ਸੀ ਬੰਬੇ ਵਾਲੀ, ਉਹੀ ਤਕਰੀਬਨ ਲੜਾਈ ਜਿਹੜੀ ਆ ਉਹ ਪੰਜਾਬ ਦੇ ਵਿੱਚ ਬਣਾਈ ਜਾ ਰਹੀ ਆ ਵੀ ਲਾਰੈਂਸ ਬਿਸ਼ਨੋਈ ਤਾਂ ਹੈਗਾ ਹਿੰਦੂ ਡੌਨ, ਤੇ ਜੱਗੂ ਭਗਵਾਨਪੁਰੀਆ ਜਾਂ ਜਿਹੜੇ ਹੋਰ ਇਹਦੇ ਖਿਲਾਫ ਨੇ ਉਹ ਵਿਰੋਧੀ ਨੇ, ਉਹ ਸਿੱਖ ਡੌਨ ਨੇ, ਜਾਂ ਉਹ ਪੰਥਕ ਸਫਾਂ ਦੇ ਵਾਲੇ ਪਾਸੇ ਉਹਨਾਂ ਨੂੰ ਭਗਤਾਇਆ ਜਾਵੇ। ਤੇ ਜਿਸ ਤਰੀਕੇ ਦਾ ਮਾਹੌਲ ਆ ਇਹਦੇ ਵਿੱਚ ਪਤਾ ਨਹੀਂ ਕਿਹਨੂੰ ਜਿਹੜਾ ਹੈਗਾ ਕਿਹਦੇ ਮਾਰਨ ਦੀ ਸੁਪਾਰੀ ਦਿੱਤੀ ਜਾਵੇ। ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਜਿਸ ਤਰੀਕੇ ਨਾਲ ਨੰਗਲ ਅੰਬੀਆਂ ਵਾਲੇ ਖਿਡਾਰੀ ਸੰਦੀਪ ਦਾ ਮਰਡਰ ਹੋਇਆ, ਇਸ ਤਰੀਕੇ ਦਾ ਹੋਰ ਬੜਾ ਕੁਝ ਵਾਪਰਨ ਦੇ ਅਸਾਰ ਜਿਹੜੇ ਨੇ ਇਹ ਗੱਲ ਨਾਲ ਵਾਪਰ ਜਿਹੜੇ ਵਾਵਸਤਾ ਨੇ। ਸਾਡਾ ਇਹ ਪੰਥਕ ਚੈਨਲ ਆ PV84, ਸਾਨੂੰ ਇਹ ਗੱਲਾਂ ਇਸ ਚੈਨਲ ਤੇ ਕਰਨ ਦੀ ਕੋਈ ਬਹੁਤੀ ਜ਼ਿਆਦਾ ਇੱਛਾ ਨਹੀਂ ਹੋਣੀ ਚਾਹੀਦੀ, ਪਰ ਅਸੀਂ ਕਿਉਂ ਕਰ ਰਹੇ ਹਾਂ? ਇਸ ਕਰਕੇ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਹੋਇਆ
ਜਾਂ ਨੰਗਲ ਅੰਬੀਆਂ ਵਾਲੇ ਸੰਦੀਪ ਦਾ ਹੋਇਆ, ਉਹਦੇ ਨਾਲ ਸਾਰੀ ਸਿੱਖ ਮਾਨਸਿਕਤਾ ਬੜੀ ਬੁਰੀ ਤਰ੍ਹਾਂ ਝਕਝੋਰੀ ਗਈ। ਸਿੱਧੂ ਮੂਸੇਵਾਲੇ ਦੇ ਕਤਲ ਨਾਲ ਸੰਬੰਧਿਤ ਉਹ ਗੀਤ ਜਿਹੜਾ ਉਹਦੇ ਮਰਨ ਤੋਂ ਕਤਲ ਤੋਂ ਬਾਅਦ ਵਿੱਚ ਆਇਆ, ਉਹਦੇ ਕਰਕੇ ਸਿੱਖ ਮਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਪ੍ਰਤੀ ਪਹਿਲਾਂ ਨਾਲੋਂ ਬਹੁਤ ਸਤਿਕਾਰ ਵਧਿਆ। ਹਾਲਾਂਕਿ ਜਿਉਂਦੇ ਜੀ ਸਿੱਧੂ ਮੂਸੇਵਾਲੇ ਦੇ ਬਹੁਤ ਸਾਰੇ ਗਾਣੇ ਜਾਂ ਉਹਦੀਆਂ ਗੱਲਾਂ ਨਾਲ ਲੋਕਾਂ ਦੀ ਵੱਡੀ ਉਮਰ ਵਾਲਿਆਂ ਦੀ ਸ਼ਾਇਦ ਸਹਿਮਤੀ ਨਾ ਹੋਵੇ, ਨੌਜਵਾਨ ਉਮਰ ਨੂੰ ਜ਼ਿਆਦਾ ਚੰਗਾ ਲੱਗਦਾ ਹੋਵੇ, ਪਰ ਉਹਦੇ ਕਤਲ ਤੋਂ ਬਾਅਦ ਉਹਦੇ ਪ੍ਰਤੀ ਇੱਕ ਭਾਵੁਕਤਾ ਵਾਲਾ ਮਾਹੌਲ ਬਣਿਆ ਹੋਇਆ। ਜਿਸ ਤਰੀਕੇ ਨਾਲ ਉਹਦੇ ਕਾਤਲ ਮੀਡੀਆ ਦੇ ਵਿੱਚ ਆ ਕੇ, ਸੋਸ਼ਲ ਮੀਡੀਆ ਉੱਤੇ ਆ ਕੇ ਦਮਗਜੇ ਮਾਰਦੇ ਆ। ਪਹਿਲਾਂ ਤਾਂ ਉਹ ਵੀਡੀਓ ਚੇਤੇ ਕਰੋ ਜਿਹਦੇ ਵਿੱਚ ਗੋਂਦਵਾਲ ਦੀ ਜੇਲ੍ਹ ਦੇ ਵਿੱਚ ਦੋ ਨੌਜਵਾਨਾਂ ਨੂੰ ਕਤਲ ਕਰਨ ਤੋਂ ਬਾਅਦ ਲਾਰੈਂਸ ਬਿਸ਼ਨੋਈ ਧਿਰ ਦੇ ਬੰਦੇ ਠੋਕ ਵਜਾ ਕੇ ਕਹਿੰਦੇ ਆ ਕਿ ਅਸੀਂ ਮਾਰਿਆ, ਤੇ ਹੁਣ ਲਾਰੈਂਸ ਦੀ ਆਪ ਦੀ ਵੀਡੀਓ ਆ ਗਈ, ਉਹਦੇ 'ਚ ਵੀ ਉਹ ਦੱਸਦਾ ਕਿ ਗੋਲਡੀ ਬਰਾੜ ਨੂੰ ਕਹਿ ਕੇ ਕਿਵੇਂ ਇਹ ਕੰਮ ਕਰਾਇਆ, ਕਿਉਂਕਿ ਵਿੱਕੀ ਮਿੱਡੂ ਖੇੜੇ ਦਾ ਤੇ ਗੁਰਲਾਲ ਬਰਾੜ ਦਾ ਭਲਵਾਨ ਦਾ ਕਤਲ ਜਿਹੜਾ ਸੀ ਉਹ ਸਾਨੂੰ ਬਰਦਾਸ਼ਤ ਨਹੀਂ ਸੀ ਹੋ ਰਿਹਾ, ਤੇ ਅਸੀਂ ਫਿਰ ਸਿੱਧੂ ਮੂਸੇਵਾਲੇ ਦਾ ਕਤਲ ਇਸ ਕਰਕੇ ਕਰਾਇਆ ਕਿਉਂਕਿ ਜਿਹੜੇ ਬੰਦਿਆਂ ਨੇ ਉਹ ਕਤਲ ਕੀਤੇ ਸੀ ਉਹਨਾਂ ਨਾਲ ਇਹਦੀ ਸਹਿਮਤੀ ਸੀ ਤੇ ਇਹਦੇ ਮੈਨੇਜਰ ਦਾ ਹੱਥ ਸੀ। ਉਹ ਗੱਲ ਅਸੀਂ ਨਹੀਂ ਕਹਿੰਦੇ ਕਿ ਠੀਕ ਸੀ ਜਾਂ ਗਲਤ ਸੀ, ਅਸੀਂ ਇਹ ਗੱਲ ਕਹਿੰਦੇ ਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਸੀ ਉਹ ਅੱਜ ਤੱਕ ਵੀ ਲੋਕਾਂ ਨੂੰ ਡਾਈਜੈਸਟ ਨਹੀਂ ਹੋ ਰਿਹਾ, ਉਹ ਹਜਮ ਨਹੀਂ ਹੋ ਰਿਹਾ ਕਿ ਉਹ ਕੋਈ ਅਪਰਾਧੀ ਬੰਦਾ ਸੀ, ਕਿਉਂਕਿ ਇਹ ਸਿਰਫ ਇੱਕ ਇਲਜ਼ਾਮ ਦੇ ਰੂਪ 'ਚ ਹੀ ਉਹਨੂੰ ਕਤਲ ਕਰ ਦਿੱਤਾ ਗਿਆ ਕਿ ਇਲਜ਼ਾਮ ਹੈ। ਹੁਣ ਸਿੱਧੂ ਮੂਸੇਵਾਲੇ ਦੇ ਮਾਪਿਆਂ ਦਾ ਪੂਰਾ ਹੱਕ ਬਣਦਾ ਕਿ ਉਹ ਇਸ ਕਤਲ ਦੀ ਤਹਿ ਤੱਕ ਜਾਣ ਲਈ, ਇਨਸਾਫ ਲਈ ਗੁਹਾਰ ਲਾਉਣ, ਤੇ ਜਦੋਂ ਉਹਨਾਂ ਨੂੰ ਬਾਰ-ਬਾਰ ਚੜਾਇਆ ਜਾਂਦਾ, ਬਾਰ-ਬਾਰ ਇਹ ਗੱਲ ਆਖੀ ਜਾਂਦੀ ਆ ਕਿ ਅਸੀਂ ਮਾਰਿਆ ਸਿੱਧੂ ਮੂਸੇਵਾਲਾ, ਤਾਂ ਫਿਰ ਉਹਨਾਂ ਨੂੰ ਇਹ ਵੀ ਹੱਕ ਆ ਕਿ ਉਹ CBI ਦੀ ਇਨਕੁਆਇਰੀ ਮੰਗਣ। ਤੇ ਇਹ ਗੱਲ ਚੱਲ ਵੀ ਰਹੀ ਆ ਕਿ ਉਹਨਾਂ ਦਾ ਪਰਿਵਾਰ ਵਕੀਲਾਂ ਰਾਹੀਂ ਅਦਾਲਤ ਵਿੱਚ ਚਾਰਾਜੋਈ ਕਰ ਰਿਹਾ ਕਿ ਸਾਡੀ ਕੇਸ ਦੀ ਜਿਹੜੀ ਸਿੱਧੂ ਮੂਸੇਵਾਲੇ ਦੇ ਕਤਲ ਦੀ ਸਾਰੀ ਗੱਲ ਆ ਇਹ ਜਿਹੜੀ ਆ CBI ਨੂੰ ਦਿੱਤੀ ਜਾਵੇ। ਹੁਣ ਆਪਾਂ ਜਿਵੇਂ ਗੱਲ ਕਰਕੇ ਹਟੇ ਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵਿੱਚ ਉਹ ਗਾਣਾ ਆਇਆ, ਜਿਸ ਗਾਣੇ ਦੇ ਵਿੱਚ ਤੁਪਕਾ ਨਹੀਂ ਦਿੰਦੇ ਗਾਣਾ ਜਿਹੜਾ ਪੰਜਾਬ ਦੇ ਪਾਣੀਆਂ ਨਾਲ ਸੰਬੰਧਿਤ ਹੈ, ਉਹ ਮਸਲਾ ਜਿਹੜਾ ਚਰਚਾ 'ਚ ਆਇਆ ਤਾਂ ਨਾਲ ਦੀ ਨਾਲ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਚਰਚਾ ਹੋਈ, ਜਿਹਦੇ ਨਾਲ ਸਮੇਧ ਸੈਣੀ ਦੇ, ਪਾਪੀ ਪੂਲੇ ਦੇ ਤੇ ਹੋਰ ਕਈ ਗੱਲਾਂ ਦੇ ਚਰਚੇ ਛਿੜੇ। ਤੇ ਅੱਜ ਜਗਵਿੰਦਰ ਪਟਿਆਲ ਜਿਹੜਾ ਹੈ ਉਹ ਇੰਟਰਵਿਊ ਲੈ ਰਿਹਾ, ਉਹ ਲਾਰੈਂਸ ਦੀਆਂ ਇੰਟਰਵਿਊਆਂ ਲੈ ਰਿਹਾ। ਤੋ ਇਹ ਸਾਰੇ ਘਟਨਾਕ੍ਰਮ ਦੇ ਪਾਤਰ ਜਿਹੜੇ ਨੇ ਉਹ ਉਹੀ ਨੇ ਜਿਹੜੇ 1990-91 ਦੇ ਦੌਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਚਰਚਾ 'ਚ ਰਹੇ। ਸੋ ਅੱਜ ਦੇ ਦੌਰ ਵਿੱਚ ਜਦੋਂ ਕਿ ਇੱਕ ਹੋਰ ਤਰੀਕੇ ਦਾ ਮਾਹੌਲ ਫੇਰ ਬਣਦਾ ਜਾ ਰਿਹਾ, ਜਿਹਦੇ 'ਚ ਭਾਈ ਅਮਰਤਪਾਲ ਸਿੰਘ ਜਾਂ ਅੱਜ ਦੀ 25-30 ਸਾਲ ਦੀ ਸਿੱਖ ਨੌਜਵਾਨੀ ਬਿਲਕੁਲ ਪੱਬਾਂ ਭਾਰ ਹੋਈ ਫਿਰਦੀ ਆ ਕਿ ਅਸੀਂ ਕੁਛ ਕਰਨਾ ਹੈ ਕੌਮ ਲਈ, ਪੰਥ ਲਈ, ਪੰਜਾਬ ਲਈ, ਤੇ ਲੋਕਾਂ 'ਚ ਆਮ ਚਰਚਾ ਕਿ ਕੋਈ ਨਾ ਕੋਈ ਜਿਹੜੀ ਗੜਬੜ ਆ, ਕੋਈ ਨਾ ਕੋਈ ਮਾਹੌਲ ਦੇ ਵਿੱਚ ਤਲਖੀ ਆ ਜਿਹੜੀ ਉਹ ਆਏਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤੀ ਹਕੂਮਤੀ ਤੰਤਰ ਨੇ ਪਹਿਲਾਂ ਇੱਥੇ ਸਿੱਖ ਨੌਜਵਾਨਾਂ ਤੇ ਜ਼ਬਰ ਕੀਤਾ, ਉਹੋ ਜਿਹੀ ਕੋਈ ਕਹਾਣੀ ਵਾਪਰ ਸਕਦੀ ਹੈ। ਜਿੱਦਣ ਇਹ ਖਬਰ ਆਈ ਸੀ ਕਿ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਅਸਲੇ ਦੇ ਲਾਇਸੈਂਸ ਜ਼ਬਤ ਕੀਤੇ ਜਾ ਸਕਦੇ ਆ, ਉਦੋਂ ਲੋਕਾਂ 'ਚ ਇਹੀ ਗੱਲ ਛਿੜੀ ਸੀ ਕਿ ਪਹਿਲਾਂ ਏਦਾਂ ਹੀ ਖਬਰ ਕੱਢ ਦਿੱਤੀ ਗਈ ਸੀ ਕਿ ਸਿੱਧੂ ਮੂਸੇਵਾਲੇ ਦੇ ਅਸਲੇ ਦੇ ਲਾਇਸੈਂਸ ਆ ਜਿਹੜੇ, ਮਾਫ ਕਰਨਾ, ਉਹਦੇ ਜਿਹੜੇ ਗਨਮੈਨ ਨੇ ਉਹ ਵਾਪਸ ਲੈ ਲਏ ਗਏ ਨੇ, ਤੇ ਅਗਲੇ ਦਿਨ ਹੀ ਉਹਦਾ ਕਤਲ ਹੋ ਗਿਆ ਸੀ। ਤਾਂ ਲੋਕਾਂ ਨੇ ਅਸਲੇ ਦੇ ਲਾਇਸੈਂਸ ਜਿਹੜੇ ਰੱਦ ਕਰਨ ਦੀ ਖਬਰ ਸੁਣੀ ਕਿ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਅਸਲੇ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ, ਤਾਂ ਇਹ ਗੱਲ ਚਰਚਾ 'ਚ ਆ ਗਈ ਕਿ ਦੇਖਿਓ ਕਿਤੇ ਕੋਈ ਇਹੋ ਜਿਹਾ ਭਾਣਾ ਨਾ ਵਾਪਰ ਜਾਵੇ। ਸੋ ਪੰਜਾਬ ਦੇ ਵਿੱਚ ਇੱਥੇ ਜਾਂ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੇ ਨੇ ਉਹ ਹਰ ਪਲ ਸੂਲੀ ਤੇ ਟੰਗੇ ਰਹਿੰਦੇ ਨੇ। ਇੱਕ ਪਾਸੇ ਸਿੱਖ ਚਾਹੁੰਦੇ ਆ ਕਿ ਸਾਡੇ ਨਾਲ ਇਨਸਾਫ ਹੋਵੇ, ਸਾਡੇ ਮਸਲੇ ਹੱਲ ਹੋਣ, ਦੂਜੇ ਪਾਸੇ ਹਰ ਪਲ ਜਿਹੜਾ ਹੈ ਕਿਸੇ ਖਦਸ਼ੇ ਦੇ ਤਹਿਤ ਕਿ ਆਹ ਨਾ ਹੋ ਜੇ, ਉਹ ਨਾ ਹੋ ਜੇ। ਤੀਜੇ ਪਾਸੇ ਇੰਡੀਅਨ ਸਟੇਟ ਸਿਸਟਮ ਆ ਜਿਹੜਾ ਸਿੱਖਾਂ ਨੂੰ ਦੀਵਾਨੀ ਦਿਵਾਲਨੀ ਤੇ ਹਰ ਪਲ ਸਿੱਖਾਂ ਨੂੰ ਜਲੀਲ ਕਰ ਰਿਹਾ। ਇੱਥੇ ਅੱਜ ਕੱਲ G20 ਦਾ ਮਸਲਾ ਚੱਲ ਰਿਹਾ। G20 ਮੌਕੇ ਜੋ ਪ੍ਰਭਾਵ ਦਿੱਤਾ ਜਾ ਰਿਹਾ ਕਿ ਵਿਕਾਸ ਹੋਣਾ ਚਾਹੀਦਾ, ਤੇ ਵਿਕਾਸ ਸ਼ਾਂਤੀ ਵਾਲੇ ਥਾਂ ਤੇ ਹੁੰਦਾ। ਸੋ ਪੰਜਾਬ ਦੇ ਵਿੱਚ ਜੇ ਵਿਕਾਸ ਚਾਹੀਦਾ ਤਾਂ ਸ਼ਾਂਤੀ ਚਾਹੀਦੀ ਆ, ਤੇ ਸ਼ਾਂਤੀ ਤਾਂ ਆਊਗੀ ਜੇ ਸਿੱਖ ਆਪਦੇ ਨਾਲ ਹੋਏ ਜ਼ੁਲਮਾਂ ਨੂੰ
ਵਧੀਕੀਆਂ ਨੂੰ ਭੁੱਲ ਜਾਣ ਤੇ ਸਿੱਖ ਇਨਸਾਫ ਭੁੱਲ ਜਾਣ, ਤਾਂ ਫਿਰ ਇੱਥੇ ਪੰਜਾਬ ਦੇ ਵਿੱਚ ਸ਼ਾਂਤੀ ਆਊਗੀ ਤੇ ਫਿਰ ਇੱਥੇ ਡਿਵੈਲਪਮੈਂਟ ਹੋਊਗੀ, ਵਿਕਾਸ ਹੋਊਗਾ। ਉਹ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਕਰਨ ਦਾ ਅਰਥ ਇਹ ਆ ਕਿ ਸਿੱਖ ਸੰਘਰਸ਼ ਨਾਲ ਸੰਬੰਧਿਤ ਜਾਂ ਉਥਲ ਪੁਥਲ ਨਾਲ ਸੰਬੰਧਿਤ ਜਾਂ ਜਿਨ੍ਹਾਂ ਨੂੰ ਗੜਬੜ ਕਰਨ ਵਾਲੇ ਸਮਝਿਆ ਜਾਂਦਾ ਉਹਨਾਂ ਨੂੰ ਕਾਬੂ ਕੀਤਾ ਜਾਵੇ। ਸੋ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਵਾਰਦਾਤਾਂ ਹੋਈਆਂ ਨੇ, ਘਟਨਾਵਾਂ ਵਾਪਰੀਆਂ ਨੇ, ਉਹਦੇ ਵਿੱਚ ਇਸ ਮੌਕੇ ਸਾਰਿਆਂ ਦਾ ਧਿਆਨ ਭਾਈ ਅਮਰਤਪਾਲ ਸਿੰਘ ਵੱਲ ਜਾਣਾ ਸੁਭਾਵਿਕ ਆ। ਅਗਲੀ ਗੱਲ ਇਹ ਆ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਭਾਈ ਬਲਵਿੰਦਰ ਸਿੰਘ ਜਟਾਣੇ ਉਹਨਾਂ ਨੇ ਕਾਰਵਾਈ ਕੀਤੀ, ਕਿਉਂਕਿ ਤੁਪਕਾ ਨਹੀਂ ਦਿੰਦੇ ਗਾਣੇ ਦਾ ਮੂਲ ਭਾਵ ਇਹੀ ਸੀ ਕਿ ਸਤਲੁਜ ਜਮਨਾ ਲਿੰਕ ਨਹਿਰ ਜਿਹੜੀ ਆ ਉਹ ਨਹੀਂ ਬਣ ਦਿੱਤੀ ਜਾਊਗੀ। ਅੱਜ ਸੁਪਰੀਮ ਕੋਰਟ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੀ ਉਸਾਰੀ ਉੱਤੇ ਬਹਿਸ ਚੱਲ ਰਹੀ ਆ, ਕਿਉਂਕਿ ਅਦਾਲਤ ਨੇ, ਸੁਪਰੀਮ ਕੋਰਟ ਨੇ ਕੁਝ ਮਹੀਨੇ ਪਹਿਲਾਂ ਹਰਿਆਣੇ ਅਤੇ ਪੰਜਾਬ ਦੇ ਜਾਂ ਸਰਕਾਰਾਂ ਨੂੰ ਕਿਹਾ ਸੀ ਕਿ ਦੋਨੇ ਸਰਕਾਰਾਂ ਦੇ ਮੁੱਖ ਮੰਤਰੀ ਬਹਿ ਕੇ ਇਸ ਮਸਲੇ ਦਾ ਕੋਈ ਹੱਲ ਕਰਨ, ਪਰ ਕੋਈ ਗੱਲ ਬਣੀ ਨਹੀਂ ਸੀ। ਤੇ ਇਹੀ ਗੱਲ ਅਦਾਲਤ ਵਿੱਚ ਪਿਛਲੀ ਤਰੀਕ ਦੇ ਉੱਤੇ ਦੋਨਾਂ ਸਰਕਾਰਾਂ ਨੇ ਕਹਿ ਕੇ, ਉਹਨਾਂ ਦੇ ਵਕੀਲਾਂ ਨੇ ਕਹਿ ਕੇ ਤਰੀਕ ਅੱਗੇ ਅੱਜ ਦੀ ਮਿਲੀ ਸੀ। ਅੱਜ ਅਦਾਲਤ ਵਿੱਚ ਇਸ ਮਸਲੇ ਤੇ ਕੀ ਹੁੰਦਾ ਇਹ ਬਾਅਦ ਦੀ ਗੱਲ ਆ, ਪਰ ਸਾਨੂੰ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲੀ ਗੱਲ ਸਦਾ ਚੇਤੇ ਰਹਿੰਦੀ ਆ। ਸੋ ਜਿਹੜਾ ਮਸਲਾ ਪਹਿਲਾਂ ਹੀ ਚਰਚਾ 'ਚ ਸੀਗਾ, ਅੱਜ ਉਹਨੇ ਇੱਕ ਹੋਰ ਤੇਜ਼ੀ ਫੜੀ ਆ ਕਿ ਪੰਜਾਬ ਦੇ ਲੋਕਾਂ ਨੇ ਦਰਿਆਈ ਪਾਣੀ ਬਚਾਉਣ ਲਈ ਆਪਦੇ ਹੱਕਾਂ ਦੇ ਸੰਘਰਸ਼ ਨੂੰ ਤੇਜ਼ ਕਰਦਿਆਂ ਹੋਇਆਂ ਘੱਲ ਖੁਰਦ ਇਲਾਕੇ ਦੇ ਵਿੱਚ ਕਿਸਾਨਾਂ ਵੱਲੋਂ ਰਾਜਸਥਾਨ ਨੂੰ ਜਿਹੜੀਆਂ ਪੱਕੀਆਂ ਨਹਿਰਾਂ ਜਾਂਦੀਆਂ ਨੇ ਉੱਥੇ ਹਾਈਵੇ ਜਾਮ ਕਰ ਦਿੱਤਾ ਗਿਆ ਤੇ ਪੱਕੇ ਮੋਰਚੇ ਦਾ ਐਲਾਨ ਜਿਹੜਾ ਹੈ ਉਹ ਹੋ ਗਿਆ। ਰਾਜਸਥਾਨ ਨੂੰ ਜਿਹੜੀਆਂ ਨਹਿਰਾਂ ਜਾਂਦੀਆਂ ਨੇ, ਇਹ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਕੋਈ ਪਾਣੀ ਨਹੀਂ ਮਿਲਦਾ ਤੇ ਉਹਨਾਂ ਨਹਿਰਾਂ ਨੂੰ ਪੱਕੀਆਂ ਕਰਕੇ ਇਹ ਪੱਕਾ ਕੀਤਾ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਰਸਾਵ ਹੁੰਦਾ, ਜਿਹਦੇ ਨਾਲ ਆਲੇ ਦੁਆਲੇ ਨਹਿਰ ਦੇ ਕੰਢਿਆਂ ਦੇ ਉੱਤੇ ਦਰਖਤ ਬੜੇ ਪੁੰਗਰਦੇ ਆ, ਵੱਡੇ ਹੁੰਦੇ ਆ, ਪਾਣੀ ਦੀ ਭਰਮਾਰ ਹੁੰਦੀ ਆ, ਉਹ ਸਾਰਾ ਕੁਝ ਖਤਮ ਕਰਨ ਦੇ ਜਿਹੜੇ ਯਤਨ ਹੋ ਰਹੇ ਨੇ ਉਹਨਾਂ ਦੇ ਖਿਲਾਫ ਖਾਸ ਤੌਰ ਤੇ ਜਿਵੇਂ ਹਿਮਾਚਲ ਦੀ ਗੱਲ ਆਪਾਂ ਕੱਲ ਦੇ ਪ੍ਰੋਗਰਾਮ 'ਚ ਕੀਤੀ ਸੀ ਕਿ ਹਿਮਾਚਲ ਨੇ ਪਾਣੀਆਂ ਦੇ ਉੱਤੇ ਆਪਦਾ ਹੱਕ ਜਤਾਉਣ ਲਈ ਉੱਥੇ ਕਾਨੂੰਨੀ ਕਾਰਵਾਈ ਕੀਤੀ ਆ। ਹੁਣ ਪੰਜਾਬ ਦੇ ਲੋਕਾਂ ਨੇ ਵੀ ਅੱਜ ਇਹ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਮਾਲਕੀ ਦਾ ਮਤਾ ਪਾਸ ਕਰਨ ਦੇ ਲਈ ਇੱਥੇ ਜਿਹੜਾ ਹੈਗਾ ਮਾਰਚ ਪਹਿਲਾਂ ਚੱਲਿਆ ਸੀ, ਟਰੈਕਟਰ ਮਾਰਚ ਫਰੀਦਕੋਟ ਤੋਂ ਘੱਲ ਖੁਰਦ ਤੱਕ। ਉਹ ਮਾਰਚ ਜਦੋਂ ਅੰਤ ਆਇਆ ਤਾਂ ਰਾਜਸਥਾਨ ਨੂੰ ਜਿਹੜੀਆਂ ਪੱਕੀਆਂ ਨਹਿਰਾਂ ਜਾਂਦੀਆਂ ਨੇ, ਜਿਨ੍ਹਾਂ ਨੂੰ ਜੌੜੀਆਂ ਨਹਿਰਾਂ ਕਿਹਾ ਜਾਂਦਾ, ਘੱਲ ਖੁਰਦ ਪਿੰਡ ਦੇ ਕੋਲ, ਉੱਥੇ ਹੁਣ ਪੱਕਾ ਮੋਰਚਾ ਜਿਹੜਾ ਹੈ ਉਹ ਲਾ ਦਿੱਤਾ ਗਿਆ। ਸਪਸ਼ਟ ਗੱਲ ਆ ਇਹ ਪਾਣੀਆਂ ਦੇ ਮਸਲੇ ਦੇ ਨਾਲ ਸੰਬੰਧਿਤ ਇਹ ਜਿਹੜੀ ਅੱਜ ਵਾਲੀ ਕਾਰਵਾਈ ਆ ਇਹਦੇ ਨਾਲ ਬੜਾ ਕੁਝ ਜੁੜਿਆ ਹੋਇਆ। ਜਿਹੜੀ ਗੱਲ ਆਪਾਂ ਜਿਸ ਤੋਂ ਸ਼ੁਰੂ ਕੀਤੀ ਸੀ ਅੱਜ ਦੇ ਪ੍ਰੋਗਰਾਮ ਦੀ, ਉਹ ਵੀ ਇਹਦੇ ਨਾਲ ਜੁੜੀ ਹੋਈ ਹੈ। ਜਿਹੜਾ ਪੰਜਾਬ ਦੇ ਵਿੱਚ ਪਿਛਲੇ 30-35 ਸਾਲ ਕਾਰਵਾਈ ਹੋਈ ਆ, ਉਹਦੇ ਵਿੱਚ ਸ਼ੁਰੂਆਤ ਕਪੂਰੀ ਨਹਿਰ ਤੋਂ ਹੋਈ ਸੀ, ਜਦੋਂ ਬਾਦਲ ਅਕਾਲੀ ਦਲ, ਉਹਦੇ ਇੱਕੋ ਇੱਕ ਅਕਾਲੀ ਦਲ ਹੁੰਦਾ ਸੀ ਜਿਹਦਾ ਪ੍ਰਧਾਨ ਲੌਂਗੋਵਾਲ ਸੀਗਾ, ਇਹਨਾਂ ਨੇ ਕਪੂਰੀ ਨਹਿਰ ਵਾਲਾ ਮੋਰਚਾ ਲਾਇਆ ਸੀ। ਉਹ ਮੋਰਚੇ ਨੂੰ ਲੋਕਾਂ ਦੀ ਹਮਾਇਤ ਨਹੀਂ ਸੀ ਮਿਲੀ। ਉਹ ਮੋਰਚਾ ਫਿਰ ਸੰਤ ਭਿੰਡਰਾਂ ਵਾਲਿਆਂ ਦੇ ਮੋਰਚੇ ਨਾਲ ਜੋੜ ਕੇ, ਜਿਹੜਾ ਕਿ ਇੱਥੇ ਭਾਈ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਵਰਗਿਆਂ ਦੀ ਸਿੰਘਾਂ ਦੀ ਗ੍ਰਿਫਤਾਰੀ ਦੇ ਮੁਤਲਕ ਸੰਤਾਂ ਨੇ ਦਰਬਾਰ ਸਾਹਿਬ ਤੋਂ ਲਾਇਆ ਸੀ। ਇਹ ਫਿਰ 4 ਅਗਸਤ 1982 ਤੋਂ ਪੂਰਾ ਧਰਮ ਯੁੱਧ ਮੋਰਚਾ ਸਿੱਖਾਂ ਦੀਆਂ ਮੰਗਾਂ ਲਈ ਚੱਲਿਆ, ਜਿਹਦੇ ਵਿੱਚ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਲਈ ਖਾੜਕੂ ਸੰਘਰਸ਼ ਚੱਲਿਆ, ਜਿਹੜਾ ਬਿਆੰਤੇ ਬੁੱਚੜ ਦੇ ਬੰਬ ਧਮਾਕੇ ਨਾਲ ਉਡਾਏ ਜਾਣ ਤੋਂ ਬਾਅਦ ਇੱਕ ਨਵੇਂ ਦੌਰ ਵਿੱਚ ਸ਼ਾਮਲ ਹੋਇਆ। ਜਿਹੜਾ ਓਵਰਗਰਾਉਂਡ ਸੰਘਰਸ਼ ਚੱਲਦਾ ਸੀ, ਇਹਦੇ ਵਿੱਚ ਬਹੁਤ ਸਾਰੇ ਮੋੜ ਘੋੜ ਆਏ, ਪਰ ਸਭ ਤੋਂ ਅਜੀਬ ਉਦੋਂ ਲੱਗਿਆ ਜਦੋਂ ਜਿਹੜੇ ਬਾਦਲ ਹੋਣੀ ਸੀ, ਇਹਨਾਂ ਨੇ ਸਮੇਧ ਸੈਣੀ ਨੂੰ, ਜਦੋਂ ਕਿ 1997 ਦੇ ਵਿੱਚ ਇਹ ਵਾਅਦਾ ਕੀਤਾ ਸੀ ਕਿ ਅਸੀਂ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਦਿਵਾਵਾਂਗੇ, ਪਰ ਸਮੇਧ ਸੈਣੀ ਜਿਹੜਾ KPS ਗਿੱਲ ਵਰਗਿਆਂ ਦੇ ਮੌਕੇ ਸਭ ਤੋਂ ਖਤਰਨਾਕ ਬੁੱਚੜਾਂ ਚੋਂ ਮੰਨਿਆ ਜਾਂਦਾ ਸੀ, ਉਹਨੂੰ ਪੰਜਾਬ ਦਾ DGP ਲਾਤਾ। ਉਸ DGP ਨੇ ਜੋ ਕੁਝ ਆਪਦੇ ਸਮੇਂ 'ਚ ਕੀਤਾ, ਉਹ ਸਭ ਤੋਂ ਖਤਰਨਾਕ ਇਹ ਕਾਰਵਾਈ ਕੀਤੀ ਕਿ ਕੋਟ ਕਪੂਰੇ ਤੇ ਬਹਿਬਲ ਦੇ ਵਿੱਚ ਗੋਲੀ ਕਾਂਡ ਕਰਕੇ ਸਾਡੇ ਸਿੰਘ ਜਿਹੜੇ ਆ ਉਹ ਸ਼ਹੀਦ ਕਰ ਦਿੱਤੇ। ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਚਾਇਆ ਤੇ ਜਿਹੜੇ ਇਨਸਾਫ ਮੰਗਦੀਆਂ ਸੰਗਤਾਂ ਸੀ ਉਹਨਾਂ ਨੂੰ ਦੋਸ਼ੀ ਠਹਿਰਾਉਣ ਦਾ ਯਤਨ ਕੀਤਾ।
ਉਪਰੰਤ ਸਿੱਖਾਂ ਦੇ ਉੱਤੇ ਹੀ ਸਾਰਾ ਦੋਸ਼ ਮੜਨਾ ਚਾਹਿਆ। ਇਹ ਸਾਰੀ ਕਾਰਵਾਈ ਦੇ ਵਿੱਚ ਸਮੇਤ ਸੈਣੀ ਜਗਵਿੰਦਰ ਪਟਿਆਲ ਤੇ ਇਹ ਸਾਰਾ ਜਿਹੜਾ ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਬਲਵਿੰਦਰ ਸਿੰਘ ਜਟਾਣਾ, ਇਹ ਚੀਜ਼ਾਂ ਦਾ ਜ਼ਿਕਰ ਅੱਡ-ਅੱਡ ਮੌਕਿਆਂ ਤੇ ਅੱਡ-ਅੱਡ ਕਾਰਨਾਂ ਕਰਕੇ ਹੁੰਦਾ ਅੱਜ ਵਾਲੇ ਦੌਰ ਵਿੱਚ ਸ਼ਾਮਲ ਹੋ ਗਿਆ। ਅੱਜ ਫੇਰ ਅਸੀਂ ਉੱਥੇ ਹੀ ਖੜੇ ਹਾਂ। ਏਡੇ ਭਾਰੀ ਸਿੰਘਾਂ ਦੀਆਂ ਸ਼ਹਾਦਤਾਂ, ਪੰਜਾਬ ਦਾ ਪੰਥ ਦਾ ਜੋ ਕੁਝ ਹੋਇਆ, ਉਹ ਤੋਂ ਬਾਅਦ ਅੱਜ ਫੇਰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪੰਜਾਬ ਲੜ ਰਿਹਾ। ਉਹ ਲੜਾਈ ਆਉਣ ਵਾਲੇ ਦਿਨਾਂ 'ਚ ਕਿੱਧਰ ਨੂੰ ਜਾਂਦੀ ਆ ਇਹ ਵਾਹਿਗੁਰੂ ਜਾਣੇ। ਪਰ ਜਿਨ੍ਹਾਂ ਲੋਕਾਂ ਦੇ ਇਤਿਹਾਸਕ ਤੱਥਾਂ ਦਾ ਨਿਰੀਖਣ ਕਰਨਾ ਹੁੰਦਾ, ਜਿਨ੍ਹਾਂ ਨੂੰ ਚੇਤੇ ਰੱਖਣ ਦੀ ਆਦਤ ਆ, ਉਹ ਜ਼ਰੂਰ ਸੋਚਣਗੇ ਕਿ ਇਹੋ ਜਿਹਾ ਮਾਹੌਲ ਹੀ 1982-83 'ਚ ਸੀ। ਇਵੇਂ ਹੀ ਜਿਵੇਂ ਅੱਜ ਘੱਲ ਖੁਰਦ ਦੇ ਵਿੱਚ ਪਾਣੀਆਂ ਦੀ ਰਾਖੀ ਲਈ ਮੋਰਚਾ ਲਾਈ ਬੈਠੇ ਆ, ਇਵੇਂ ਕਪੂਰੀ ਨਹਿਰ ਦਾ ਮੋਰਚਾ ਸੀ। ਇਵੇਂ ਹੀ ਉਦੋਂ ਬੁੱਚੜ ਪੁਲਸੀਏ ਜਿਹੜੇ ਸੀਗੇ ਉਹ ਸਿੱਖਾਂ ਉੱਤੇ ਜ਼ੁਲਮ ਕਰਦੇ ਸੀ, ਜਿਨ੍ਹਾਂ ਦੇ ਲਈ ਸੰਤ ਭਿੰਡਰਾਂ ਵਾਲੇ ਸਟੇਜ ਤੋਂ ਬੋਲਦੇ ਹੁੰਦੇ ਸੀ। ਇਵੇਂ ਹੀ ਜਿਵੇਂ ਅੱਜ ਸੈਣੀ ਵਰਗੇ ਕਰ ਰਹੇ ਨੇ, ਜਿਵੇਂ ਉਹਨਾਂ ਦਿਨਾਂ ਦੇ ਵਿੱਚ ਸਿੱਖ ਨੌਜਵਾਨਾਂ ਦਾ, ਜਿਵੇਂ ਸੁਰਿੰਦਰ ਸਿੰਘ ਸੋਢੀ, ਭਾਈ ਸੁਰਿੰਦਰ ਸਿੰਘ ਸੋਢੀ, ਉਹਨੂੰ ਸ਼ਿੰਦੇ ਬਦਮਾਸ਼ ਤੋਂ ਮਰਵਾਇਆ ਸੀ। ਇਵੇਂ ਦਾ ਹੀ ਕੁਛ ਅੱਜ ਕੱਲ੍ਹ ਵਾਪਰ ਰਿਹਾ, ਜਿਹਦੇ ਵਿੱਚ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਜਾਂ ਹੋਰ ਜਿਹੜੇ ਨੇ ਉਹਨਾਂ ਦਾ ਇੱਕ ਮਾਹੌਲ ਆ, ਜਿਹਦੇ ਵਿੱਚ ਸਿੱਧੂ ਮੂਸੇਵਾਲਾ, ਨੰਗਲ ਅੰਬੀਆਲਾ, ਸੰਦੀਪ ਤੇ ਹੋਰ ਪਤਾ ਨਹੀਂ ਕਿੱਧਰ ਨੂੰ ਗੱਲ ਜਾਣੀ ਹੈ। ਸੋ ਸਾਰੀ ਜਿਹੜੀ ਹਿਸਟਰੀ ਆ, ਸਾਰਾ ਜਿਹੜਾ ਇਤਿਹਾਸ ਆ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ। ਭਵਿੱਖ ਵਿੱਚ ਗੱਲ ਕਿੱਧਰ ਨੂੰ ਜਾਂਦੀ ਆ ਇਹ ਤਾਂ ਵਾਹਿਗੁਰੂ ਜਾਣੇ। ਪਰ ਅਸੀਂ ਸਮੁੱਚੀ ਸਿੱਖ ਕੌਮ ਨੂੰ ਇਹ ਬੇਨਤੀ ਕਰਦੇ ਆ ਕਿ ਹਰ ਗੱਲ ਦੇ ਉੱਤੇ ਨਜ਼ਰ ਰੱਖਣੀ ਸਿੱਖੀਏ, ਘਟਨਾਵਾਂ ਤੋਂ ਸਬਕ ਸਿੱਖਣਾ ਸਿੱਖੀਏ। ਹਰ ਵੇਲੇ ਆਪਦੀ ਕੌਮ ਨੂੰ, ਆਪਦੇ ਹੀ ਬੱਚਿਆਂ ਨੂੰ ਦੋਸ਼ੀ ਠਹਿਰਾਏ ਜਾਣ ਵਾਲੀ ਬਿਰਤੀ ਤੋਂ ਬਚੀਏ। ਹਰ ਮੌਕੇ ਇਹ ਕਹੀ ਜਾਣਾ ਕਿ ਜੀ ਸਾਡੇ ਬੰਦੇ ਗਲਤ ਨੇ, ਸਾਤੋਂ ਹੀ ਗਲਤ ਗੜਬੜ ਹੋਈ ਆ, ਇਹ ਝੂਠ ਆ। ਆਓ ਆਪਾਂ ਸਮਝੀਏ ਕਿਵੇਂ ਭਾਰਤੀ ਹਕੂਮਤੀ ਤੰਤਰ ਸਿੱਖਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਹਾਡੇ ਜਿਹੜੀ ਕੁੱਟ ਪੈਣੀ ਸੀ ਪੈ ਗਈ, ਹੁਣ ਆਰਾਮ ਨਾਲ ਸਾਰੇ ਕਿਸੇ ਨੂੰ ਭੁੱਲ ਜਾਓ, ਕਿਉਂਕਿ ਸ਼ਾਂਤੀ ਚਾਹੀਦੀ ਆ ਤੇ ਸ਼ਾਂਤੀ ਹੋਣ ਦੇ ਨਾਲ ਹੀ ਵਿਕਾਸ ਹੋਊਗਾ। ਆ G20 ਦਾ ਕੰਮ ਜਿਹੜਾ ਹੈ ਉਹ ਇਹੀ ਆ। ਸੋ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਘੱਲ ਖੁਰਦ ਦੇ ਵਿੱਚ ਮੋਰਚਾ ਆਰੰਭਿਆ, ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਵੇਂ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ, ਉਵੇਂ ਇਸ ਮੋਰਚੇ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਹਾਰ ਭੇਜ ਦਈਏ। ਜਿਵੇਂ ਦਿੱਲੀ ਦੇ ਵਿੱਚ ਕਿਸਾਨ ਮੋਰਚੇ ਮੌਕੇ ਹੋਇਆ ਸੀ, ਉਦੋਂ ਵੀ ਮੋਰਚੇ ਦੇ ਪ੍ਰਬੰਧਕਾਂ ਨੇ ਘਰਦਿਆਂ ਨੂੰ ਕਹਿਤਾ ਸੀ ਵੀ ਆ ਹਾਰ ਸਾਂਭ ਕੇ ਰੱਖ ਲਓ, ਜੇ ਤਾਂ ਅਸੀਂ ਜਿੱਤ ਕੇ ਆ ਗਏ ਤਾਂ ਸਾਡੇ ਗਲ 'ਚ ਪਾ ਦਿਓ, ਤੇ ਜੇਕਰ ਅਸੀਂ ਇਸ ਮੋਰਚੇ ਦੇ ਵਿੱਚ ਆਪਦੀਆਂ ਜਾਨਾਂ ਵਾਰ ਗਏ ਤਾਂ ਇਹ ਸਾਡੀਆਂ ਫੋਟੋਆਂ ਉੱਤੇ ਪਾ ਦਿਓ। ਸੋ ਇਸ ਤਰੀਕੇ ਨਾਲ ਅੱਜ ਲੜਾਈ ਲੜਨ ਦਾ ਮਾਹੌਲ ਸਾਨੂੰ ਸਿਰਜਣਾ ਪਊਗਾ, ਕਿਉਂਕਿ ਬੀਤੇ ਦੌਰ ਦੇ ਵਿੱਚ ਜਦੋਂ ਵੀ ਮੋਰਚੇ ਲੱਗੇ ਆ, ਬਹੁਤੀ ਵਾਰ ਸਾਨੂੰ ਸਾਡੇ ਲੀਡਰਾਂ ਨੇ, ਆਗੂਆਂ ਨੇ, ਸਿਖਰ ਤੇ ਗਿਆ ਹੋਇਆਂ ਨੇ ਧੋਖਾ ਦਿੱਤਾ। ਖਾਸ ਤੌਰ ਦੇ ਉੱਤੇ ਬਰਗਾੜੀ ਵਾਲੇ ਭਾਈ ਧਿਆਨ ਸਿੰਘ ਮੰਡ ਵਾਲੇ ਮੋਰਚੇ ਤੋਂ ਬਾਅਦ ਸਿੱਖ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਆਈ ਆ, ਬਹੁਤ ਜ਼ਿਆਦਾ ਫਰਸਟ੍ਰੇਸ਼ਨ ਆਈ ਹੋਈ ਆ, ਤੇ ਇਸ ਕਰਕੇ ਕਈ ਗੱਲਾਂ ਜਿਹੜੀਆਂ ਨੇ ਉਹ ਚੱਲਦੀਆਂ ਰਹਿਣੀਆਂ ਨੇ। ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਲੱਗਿਆ ਹੋਇਆ ਤੇ ਜਿਹੜਾ ਘੱਲ ਖੁਰਦ ਦੇ ਵਿੱਚ ਅੱਜ ਮੋਰਚਾ ਲੱਗਿਆ, ਇਹ ਜ਼ਰੂਰ ਕਾਮਯਾਬ ਹੋਣ। ਇੰਨੀਆਂ ਬੇਨਤੀਆਂ ਕਰਦੇ ਹੋਏ ਸਮਾਪਤੀ ਕਰਦੇ ਆ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।